हफ्तावारी प्रोग्राम सोच दा सफर लैके हाजिर हाँ। जिस तरह तुहानूं पता है कि मैं अपनी किताब बातां बलैद दियां विचों पहलां एक लेख पढ़दा, फिर उस तो बाद तुहाडे टैलीफोन कॉल्स राहीं एक संवाद एक डिस्कोर्स रचाउण दी कोशिश करदा। उन्हां नुकतिਆਂ ते ਜਿਹੜੇ मैं नुकते उस लेख ਦੇ ਵਿੱਚ ਉਠਾਏ ਹੁੰਦੇ ਹੈਗੇ ਆ, ਜਾਣੀ ਕਿ ਜਾਂ ਕੁਛ ਨੁਕਤੇ ਜਿਨ੍ਹਾਂ ਬਾਰੇ ਮੈਂ ਸ਼ਾਇਦ ਗੱਲ ਨਾ ਕੀਤੀ ਹੋਵੇ। ਸੰਵਾਦ ਰਚਾਉਣ ਦਾ ਸਿਰਫ ਮਕਸਦ ਇਹ ਹੀ ਹੁੰਦਾ ਹੈ ਕਿ ਤਾਂ ਕਿ ਅਸੀਂ ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚ ਸਕੀਏ ਜਿਹਦੇ ਨਾਲ ਸਾਡਾ ਤੁਹਾਡਾ ਸੁਸਾਇਟੀ ਦਾ ਅਤੇ ਇਸ ਸਾਰੇ ਸਮਾਜ ਦਾ ਕੋਈ ਫਾਇਦਾ ਹੋ ਸਕੇ। ਇੱਕ ਗੱਲ ਹੋਰ ਵੀ ਜਿਹੜੀ ਮੈਂ ਤੁਹਾਡੇ ਤੋਂ ਜਿਹੜੀ ਮੈਂ ਗੁਜ਼ਾਰਿਸ਼ ਤੁਹਾਨੂੰ ਜਿਨ ਕਰਨੀ ਚਾਹੁੰਦਾ, ਜਿਹਦੀ ਮੈਂ ਐਕਸਪੈਕਟੇਸ਼ਨ ਕਰਦਾ ਲੈ ਵੀ ਆਪਣੀ ਟੈਲੀਫੋਨ ਕਾਲ ਜਿਹੜੀਆਂ ਉਹ ਟੂ ਦੀ ਪੁਆਇੰਟ ਹੀ ਪਲੀਜ਼ ਯਾਨੀ ਕਿਹੜਾ ਹੈਗਾ ਗੱਲ ਕਰਿਓ, ਕਿਉਂਕਿ ਬਹੁਤ ਸਾਰੀਆਂ ਕਾਲਸ ਪਿਛਲੇ ਹਫ਼ਤੇ ਜਿਹੜੇ ਲੋਕ ਸੀਗੇ ਉਹ ਵੇਟ ਕਰਦੇ ਰਹੇ ਅਤੇ ਉਹਨਾਂ ਨੂੰ ਸਮਾਂ ਨਹੀਂ ਮਿਲ ਸਕਿਆ ਅਤੇ ਸਾਡੇ ਕੋਲ ਅਜੇ ਸਿਸਟਮ ਉਹ ਲੱਗਾ ਨਹੀਂ ਹੈ ਜਾਂ ਜਿਹਦੇ ਰਾਹੀਂ ਮੈਨੂੰ ਇਹ ਪਤਾ ਲੱਗ ਸਕੇ ਵੀ ਕਿੰਨੇ ਜਿਹੜੇ ਲੋਕ ਹੈਗੇ ਆ ਉਹ ਜਿਹੜਾ ਵੇਟ ਕਰ ਰਹੇ ਹੈਗੇ ਲਾਈਨ 'ਤੇ। ਸੋ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਆਪਣੀ ਟੂ ਦੀ ਪੁਆਇੰਟ ਯਾਨੀ ਕਿਹੜੀ ਹੈਗੀ ਗੱਲ ਕਰਕੇ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਦੂਸਰਾ ਕਾਲਰ ਮੈਂ ਲੈ ਸਕਦਾ ਹੈਗਾ। ਜਿਹੜਾ ਅੱਜ ਲੇਖ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈਗਾ ਉਹ ਹੈਗਾ ਭਾਰਤ ਤੋਂ ਪੜ੍ਹਨ ਆਏ ਵਿਦਿਆਰਥੀ, ਕਿਉਂਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਹੈਗੇ ਆ ਆਪਣੇ ਇੰਡੀਆ ਤੋਂ ਇੱਥੇ ਪੜ੍ਹਨ ਯਾਨੀ ਕਿ ਆਉਂਦੇ ਹੈਗੇ ਆ ਅਤੇ ਉਹ ਇੱਥੇ ਆਣ ਕੇ ਕੀ ਯਾਨੀ ਕਿ ਕਰਦੇ ਹੈਗੇ ਉਹਨਾਂ ਬਾਰੇ ਯਾਨੀ ਕਿ ਅੱਜ ਆਪਾਂ ਗੱਲ ਕਰਨੀ ਹੈਗੀ ਆ। ਅਤੇ ਪਹਿਲਾਂ ਮੈਂ ਲੇਖ ਯਾਨੀ ਕਿ ਪੜ੍ਹ ਲਵਾਂ ਅਤੇ ਤੁਸੀਂ ਆਪਣਾ ਟੈਲੀਫੋਨ ਜਿਹੜਾ ਹੈਗਾ ਉਹ ਹੁਣੇ ਤੋਂ ਹੀ ਜਿਹੜਾ ਆਪਣੀ ਲਾਈਨ ਹੈਗੀ ਉਹ ਬੁੱਕ ਕਰਾ ਸਕਦੇ ਹੈਗੇ ਆ। ਜਿਹੜਾ ਨੰਬਰ ਹੈਗਾ ਉਹ ਤੁਹਾਨੂੰ ਪਤਾ ਹੈ ਵੀ ਸਾਡਾ ਉੱਥੇ ਥੱਲੇ ਜਿਹੜਾ ਨੰਬਰ ਹੈਗਾ ਉਹ ਆ ਰਿਹਾ ਹੈਗਾ ਸਕਰੀਨ 'ਤੇ, ਅਤੇ ਤੁਸੀਂ ਉਹ ਨੰਬਰ ਘੁਮਾ ਕੇ ਜਿਹੜਾ ਹੈਗਾ ਆਪਣੀ ਲਾਈਨ ਜਿਹੜੀ ਰਿਜ਼ਰਵ ਕਰਾ ਸਕਦੇ ਆ। ਭਾਰਤ ਤੋਂ ਪੜ੍ਹਨ ਆਏ ਵਿਦਿਆਰਥੀ, ਗੁਰਬਤ ਨਾਲੋਂ ਵੱਡਾ ਕੋਈ ਸਰਾਪ ਨਹੀਂ ਹੈ। ਅਗਰ ਗੁਰਬਤ ਨਾ ਹੋਵੇ ਤਾਂ ਸ਼ਾਇਦ ਲੋਕ ਆਪਣੇ ਥਾਂ ਟਿਕਾਣੇ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਣ। ਆਰਥਿਕਤਾ ਦੀ ਕਮੀ ਸਾਨੂੰ ਦਰ ਬਦਰ ਭਟਕਾਉਂਦੀ ਹੈ ਅਤੇ ਅਸੀਂ ਪੈਸੇ ਦੀ ਭਾਲ ਵਿੱਚ ਆਪਣੇ ਇਲਾਕੇ ਤੋਂ ਦੂਰ ਬੇਗਾਨੇ ਸ਼ਹਿਰਾਂ, ਰਾਜਾਂ ਅਤੇ ਦੇਸ਼ਾਂ ਵਿੱਚ ਜਾ ਪਹੁੰਚਦੇ ਹਾਂ। ਪੱਛਮੀ ਮੁਲਕ ਜ਼ਿਆਦਾ ਅਮੀਰ ਹਨ ਅਤੇ ਇਸੇ ਕਰਕੇ ਗਰੀਬ ਅਫਰੀਕਨ ਅਤੇ ਏਸ਼ੀਅਨ ਲੋਕਾਂ ਦੀ ਲੋੜ ਹੁੰਦੀ ਹੈ ਤਾਂ ਆਪਣੇ ਬਾਰਡਰਾਂ ਨੂੰ ਕਈ ਸ਼ਰਤਾਂ ਨਾਲ ਖੋਲ੍ਹ ਦਿੰਦੇ ਹਨ ਅਤੇ ਜਦ ਜ਼ਰੂਰਤ ਪੂਰੀ ਹੋ ਜਾਂਦੀ ਹੈ ਤਾਂ ਆਪਣੇ ਹੱਦ ਬੰਨਿਆਂ ਨੂੰ ਬੰਦ ਕਰ ਦਿੰਦੇ ਹਨ ਅਤੇ ਫਿਰ ਇਹਨਾਂ ਮੁਲਕਾਂ ਵਿੱਚ ਪਹੁੰਚਣ ਲਈ ਜਾਅਲੀ ਤਰੀਕੇ ਵਰਤੇ ਜਾਂਦੇ ਹਨ। ਇਹਨਾਂ ਜਾਅਲੀ ਤਰੀਕਿਆਂ ਲਈ ਦਲਾਲ ਕਈ ਤਰ੍ਹਾਂ ਦੇ ਸੁਰਾਖ ਲੱਭਦੇ ਹਨ ਅਤੇ ਹੁਣ ਤਾਂ ਧਨ ਦੇ ਲਾਲਚ ਬਸ ਕਈ ਵਕੀਲ ਵੀ ਮਜਬੂਰੀ ਦਾ ਫਾਇਦਾ ਉਠਾ ਰਹੇ ਹਨ। ਪੱਛਮੀ ਮੁਲਕਾਂ ਨੇ ਜਦੋਂ ਤੋਂ ਪੜ੍ਹਾਈ ਨੂੰ ਇੱਕ ਵਪਾਰ ਬਣਾ ਲਿਆ ਹੈ ਉਦੋਂ ਤੋਂ ਪੈਸੇ ਕਮਾਉਣ ਦੇ ਲਾਲਚ ਕਰਕੇ ਗਰੀਬ ਮੁਲਕਾਂ ਤੋਂ ਵਿਦਿਆਰਥੀਆਂ ਨੂੰ ਸੱਦੇ ਦਿੱਤੇ ਸਨ। ਸਾਬਕਾ ਪ੍ਰਧਾਨ ਮੰਤਰੀ ਮਾਰਗਰਟ ਥੈਚਰ ਨੇ ਪੜ੍ਹਾਈ ਦਾ ਵਪਾਰੀਕਰਨ 1980 ਦੇ ਸਾਲਾਂ ਵਿੱਚ ਕੀਤਾ ਸੀ ਅਤੇ ਬਰਤਾਨੀਆ ਦੇ ਬਹੁਤ ਸਾਰੇ ਕਾਲਜਾਂ ਨੂੰ ਯੂਨੀਵਰਸਿਟੀਆਂ ਵਿੱਚ ਤਬਦੀਲ ਕਰਤਾ ਸੀ। ਬਾਹਰਲੇ ਮੁਲਕਾਂ ਦੇ ਵਿਦਿਆਰਥੀਆਂ ਤੋਂ 8-9 ਗੁਣਾ ਜ਼ਿਆਦਾ ਫੀਸਾਂ ਲੈ ਕੇ ਇਹਨਾਂ ਨਵੇਂ ਬਣੇ ਬਹੁਤ ਸਾਰੇ ਵਿਸ਼ਵ ਮਹਾਵਿਦਿਆਲਿਆਂ ਆਪਣੇ ਪੇਟ ਭਰਨੇ ਸ਼ੁਰੂ ਕਰ ਦਿੱਤੇ। ਸੰਸਥਾਪਿਤ ਯੂਨੀਵਰਸਿਟੀਆਂ ਨੇ ਵੀ ਇਸ ਵਗਦੀ ਗੰਗਾ ਵਿੱਚ ਸਿਰਫ ਹੱਥ ਹੀ ਨਹੀਂ ਧੋਣੇ ਸ਼ੁਰੂ ਕਰ ਦਿੱਤੇ, ਸਗੋਂ ਨਹਾਉਣਾ ਵੀ ਸ਼ੁਰੂ ਕਰ ਦਿੱਤਾ। ਭਾਰਤ, ਪਾਕਿਸਤਾਨ ਅਤੇ ਹੋਰ ਗਰੀਬ ਮੁਲਕਾਂ ਤੋਂ ਨੌਜਵਾਨ ਮੁੰਡੇ ਕੁੜੀਆਂ ਲਈ ਬਾਹਰਲੇ ਮੁਲਕਾਂ ਨੂੰ ਜਾਣ ਦਾ ਰਸਤਾ ਖੁੱਲ੍ਹ ਗਿਆ। ਬਹੁਤੇ ਪੰਜਾਬੀ ਮੁੰਡੇ ਕੁੜੀਆਂ ਲਈ ਇਹ ਇੱਕ ਸੁਨਹਿਰੀ ਮੌਕਾ ਸੀ। ਉਹਨਾਂ 'ਚੋਂ ਬਹੁਤਿਆਂ ਦੇ ਇੱਥੇ ਰਿਸ਼ਤੇਦਾਰ ਵੀ ਸਨ ਅਤੇ ਉਹਨਾਂ ਵੀ ਇਸ ਕੰਮ ਵਿੱਚ ਮਦਦ ਕੀਤੀ। ਜਿਹੜੇ ਰਿਸ਼ਤੇਦਾਰਾਂ ਨੂੰ ਮਾੜੇ ਤਜਰਬੇ ਹੋ ਚੁੱਕੇ ਸੀ ਉਹਨਾਂ ਜਦ ਕੋਈ ਹੰਗਾਰਾ ਨਾ ਭਰਿਆ ਤਾਂ ਮੁੰਡੇ ਕੁੜੀਆਂ ਆਪਣੇ ਮਾਂ-ਬਾਪ ਨੂੰ ਮਜਬੂਰ ਕੀਤਾ ਕਿ ਜਾਂ ਤਾਂ ਪੈਸਾ ਬੈਂਕ ਤੋਂ ਵਿਆਜੀ ਲਿਆ ਜਾਵੇ ਅਤੇ ਜਾਂ ਜ਼ਮੀਨ ਵੇਚ ਕੇ ਕਿਸੇ ਨਾ ਕਿਸੇ ਤਰ੍ਹਾਂ ਦਲਾਲਾਂ ਵਕੀਲਾਂ ਨਾਲ ਗੰਢ ਤਰੁਪ ਕਰਕੇ ਪੱਛਮੀ ਧਰਤੀ 'ਤੇ ਪੜ੍ਹਾਈ ਦੇ ਜ਼ਰੀਏ ਪਹੁੰਚਿਆ ਜਾਵੇ। ਇਸ ਆੜ ਵਿੱਚ ਕਈ ਜਾਅਲੀ ਕਾਲਜ ਅਤੇ ਯੂਨੀਵਰਸਿਟੀਆਂ ਹੋਂਦ ਵਿੱਚ ਆਈਆਂ। ਥੈਚਰ ਦੇ ਵਿੱਦਿਆ ਵਪਾਰੀਕਰਨ ਦੇ ਪ੍ਰੋਗਰਾਮ ਨੂੰ ਲੇਬਰ ਸਰਕਾਰ ਨੇ ਹੋਰ ਵੀ ਮੋਕਲਾ ਕਰ ਦਿੱਤਾ। ਇਸ ਮੁਗਲੇਪਨ ਦਾ ਨਤੀਜਾ ਇਹ ਹੋਇਆ ਕਿ ਬਰਤਾਨੀਆ ਵਿੱਚ ਧੜਾ-ਧੜ ਵਿਦਿਆਰਥੀਆਂ ਦੇ ਨਾਂ 'ਤੇ ਗੱਭਰੂ ਅਤੇ ਮਟਿਆਰਾਂ ਪਹੁੰਚਣ ਲੱਗੇ। ਸਰਕਾਰ ਨੇ ਇਹ ਵੀ ਛੋਟ ਦੇ ਦਿੱਤੀ ਕਿ ਅਗਰ ਵਿਦਿਆਰਥੀ ਵਿਆਹਿਆ ਹੈ ਤਾਂ ਉਹ ਆਪਣੀ ਪਤਨੀ, ਪਤੀ ਅਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆ ਸਕਦਾ ਹੈ। ਜ਼ਿਆਦਾ ਲੋਕ ਬਰਤਾਨੀਆ ਵਿੱਚ ਆਏ ਤਾਂ ਇਹਨਾਂ ਨੇ ਪਹਿਲੇ ਸਾਲ ਦੀ ਫੀਸ ਭਰੀ ਹੋਈ ਸੀ ਅਤੇ ਬਾਕੀ ਸਾਲਾਂ ਦੀ ਪੜ੍ਹਾਈ ਲਈ ਫੀਸ ਅਜੇ ਦੇਣੀ ਸੀ। ਇਹਨਾਂ ਵਿਦਿਆਰਥੀਆਂ ਦਾ ਮਕਸਦ ਸਿਰਫ ਪੈਸੇ ਕਮਾਉਣਾ ਸੀ, ਨਾ ਕਿ ਉੱਚ ਵਿੱਦਿਆ ਪ੍ਰਾਪਤ ਕਰਨਾ।
ਕੋਈ ਵਿਰਲਾ ਟਾਮਾ ਹੀ ਵਿਦਿਆਰਥੀ ਐਸਾ ਹੋਵੇਗਾ ਜੋ ਪੰਜਾਬ ਤੋਂ ਆਇਆ ਹੋਵੇ ਅਤੇ ਇੱਥੇ ਸਿਰਫ ਪੜ੍ਹਨ ਲਈ ਹੀ ਪੜ੍ਹ ਰਿਹਾ ਹੋਵੇ। ਜ਼ਿਆਦਾਤਰ ਪੰਜਾਬੀ ਵਿਦਿਆਰਥੀ ਕਿਤੇ ਨਾ ਕਿਤੇ ਕੰਮ ਕਰਕੇ ਪੈਸੇ ਕਮਾਉਣ ਦੇ ਚੱਕਰ ਵਿੱਚ ਫਸ ਗਏ। ਕਈ ਪੰਜਾਬੀ ਵਿਦਿਆਰਥੀਆਂ ਨੇ ਕਾਗਜ਼ੀ ਵਿਆਹ ਕਰਾ ਕੇ ਕੁੜੀ ਜਾਂ ਮੁੰਡੇ ਨਾਲ ਇਸ ਗੱਲ 'ਤੇ ਸੌਦਾ ਕੀਤਾ ਕਿ ਉਹ ਪਹਿਲੇ ਸਾਲ ਦੀ ਫੀਸ ਅਦਾ ਕਰ ਦੇਵੇਗੀ ਅਤੇ ਬਰਤਾਨੀਆ ਪਹੁੰਚਣ ਤੋਂ ਬਾਅਦ ਆਪਣਾ ਰਸਤਾ ਫੜ ਲੈਣਗੇ। ਇਹ ਕਾਗਜ਼ੀ ਵਿਆਹ ਨੂੰ ਪੱਕਿਆਂ ਕਰਨ ਲਈ ਘਰਦਿਆਂ ਨੇ ਬਕਾਇਦਾ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਹੁੰਦੀਆਂ ਹਨ ਤਾਂ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਪੂਰੀ ਤਸੱਲੀ ਹੋ ਸਕੇ। ਉਸ ਵੇਲੇ ਨਾ ਤਾਂ ਮਾਂ-ਬਾਪ ਜਾਂ ਮੁੰਡੇ ਕੁੜੀ ਨੂੰ ਕੋਈ ਸਮਾਜਿਕ ਵਰਤਾਰਿਆਂ ਦੀ ਸ਼ਰਮ ਹਿਆ ਹੁੰਦੀ ਹੈ ਅਤੇ ਨਾ ਹੀ ਆਪਣੇ ਗੁਰੂ ਪੀਰ ਬਾਬੇ ਜਾਂ ਧਾਰਮਿਕ ਅਕੀਦੇ ਦੀ। ਇਹ ਕੰਮ ਸੋਚ ਸਮਝ ਕੇ ਇੱਕ ਸਾਜ਼ਿਸ਼ ਹਿੱਤ ਕੀਤਾ ਜਾਂਦਾ ਹੈ ਅਤੇ ਸਮਾਜ ਦੇ ਚੌਧਰੀ ਇਸ ਕੰਮ 'ਤੇ ਪੱਕੀ ਮੋਹਰ ਲਾਉਂਦੇ ਹਨ। ਧਾਰਮਿਕ ਪਖੰਡਬਾਜ਼ੀ ਤਾਂ ਇਸ ਹੱਦ ਤੱਕ ਜਾ ਪੜਦੀ ਹੈ ਕਿ ਕਾਕਾ ਜਾਂ ਕਾਕੀ ਦੇ ਬਰਤਾਨੀਆ ਪਹੁੰਚਣ 'ਤੇ ਘਰ ਵਿੱਚ ਪਾਠ ਜਾਂ ਸੁਖਨਾ ਵੀ ਪੂਰੀ ਕੀਤੀ ਜਾਂਦੀ ਹੈ ਅਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਵੈਸੇ ਬਹੁਤੇ ਪੰਜਾਬੀਆਂ ਧਾਰਮਿਕ ਮਖੌਟਾ ਬੜਾ ਪੀੜਾ ਕੀਤਾ ਹੁੰਦਾ ਹੈ ਅਤੇ ਉਹਨਾਂ ਦੇ ਇਸ਼ਟ ਗੁਰੂ ਪੀਰ ਬਾਬੇ ਦੇ ਖਿਲਾਫ ਛੋਟੀ ਜਿਹੀ ਗੱਲ 'ਤੇ ਵੀ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਸਮਾਜਿਕ ਅਤੇ ਧਾਰਮਿਕ ਸਰੋਕਾਰਾਂ ਦੀ ਜੋ ਖਿੱਲੀ ਉੱਡਦੀ ਹੈ ਉਹਦਾ ਕੋਈ ਅੰਤ ਨਹੀਂ ਹੈ। ਸਭ ਤੋਂ ਜ਼ਿਆਦਾ ਮਾੜੀ ਹਾਲਤ ਉਹਨਾਂ ਮੁਟਿਆਰਾਂ ਦੀ ਹੁੰਦੀ ਹੈ ਜੋ ਕਾਗਜ਼ੀ ਵਿਆਹ ਕਰਵਾ ਕੇ ਬਰਤਾਨੀਆ ਪਹੁੰਚਦੀਆਂ ਹਨ ਅਤੇ ਉਹਨਾਂ ਨੂੰ ਇੱਥੇ ਸਾਂਭਣ ਵਾਲਾ ਕੋਈ ਨਹੀਂ ਹੁੰਦਾ। ਦਲਾਲਾਂ ਅਤੇ ਵਕੀਲਾਂ ਨੇ ਉਹਨਾਂ ਕੋਲੋਂ ਪੈਸਾ ਹੜੱਪਿਆ ਹੁੰਦਾ ਹੈ ਅਤੇ ਇਹ ਝਾਂਸਾ ਦਿੱਤਾ ਹੁੰਦਾ ਹੈ ਕਿ ਬਰਤਾਨੀਆ ਵਿੱਚ ਕੰਮਾਂ ਦਾ ਕੋਈ ਘਾਟਾ ਨਹੀਂ ਅਤੇ ਉਹ ਥੋੜ੍ਹੀ ਦੇਰ ਬਾਅਦ ਹੀ ਪੈਸੇ ਵਿੱਚ ਖੇਲਣਗੇ। ਬਰਤਾਨੀਆ ਦੇ ਮੰਦਵਾੜੇ ਨੇ ਇੱਥੇ ਪੱਕੇ ਕਈ ਸਾਲਾਂ ਤੋਂ ਰਹਿੰਦੇ ਲੋਕਾਂ ਨੂੰ ਕੰਮਾਂ ਤੋਂ ਖਾਲੀ ਕਰ ਦਿੱਤਾ ਹੈ। ਫਿਰ ਨਵੇਂ ਆਏ ਲੋਕਾਂ ਨੂੰ ਇੱਥੋਂ ਕਿੱਥੋਂ ਕੰਮ ਮਿਲਣਾ। ਰੋਟੀ ਤੋਂ ਵੀ ਆਵਾਜ਼ਾਰ ਹੋਈਆਂ ਇਹ ਮੁਟਿਆਰਾਂ ਸਿਰ ਲੁਕਾਉਣ ਨੂੰ ਥਾਂ ਲੱਭਦੀਆਂ ਹਨ। ਕਈਆਂ ਨੂੰ ਮਜਬੂਰਨ ਆਪਣਾ ਸਰੀਰ ਵੇਚਣ ਲਈ ਸੜਕਾਂ 'ਤੇ ਖੜ੍ਹਾ ਹੋਣਾ ਪੈਂਦਾ ਹੈ। ਬਰਤਾਨੀਆ ਵਿੱਚ ਰਹਿਣਾ ਇੰਨਾ ਸੁਖਾਲਾ ਨਹੀਂ ਹੈ। ਘਰਾਂ ਦੇ ਕਿਰਾਏ, ਬਿਜਲੀ, ਗੈਸ, ਪਾਣੀ ਅਤੇ ਕੌਂਸਲ ਟੈਕਸ ਤੋਂ ਇਲਾਵਾ ਖਾਣ ਪੀਣ ਦੀਆਂ ਚੀਜ਼ਾਂ ਅਤੇ ਕੱਪੜੇ ਦੀਆਂ ਕੀਮਤਾਂ ਵੀ ਦਿਨ ਬ ਦਿਨ ਵੱਧ ਰਹੀਆਂ ਹਨ। ਇਹੀ ਕਾਰਨ ਹੈ ਕਿ ਕਈ ਵਿਦਿਆਰਥੀਆਂ ਪੁਲਾਂ ਹੇਠ ਜਾਂ ਕਿਸੇ ਨਿਵੇਕਲੀ ਥਾਂ 'ਤੇ ਰਹਿਣਾ ਸ਼ੁਰੂ ਕਰਤਾ। ਇੱਥੋਂ ਤੱਕ ਕਿ ਕੁਝ ਲੋਕ ਅਲੋਟਮੈਂਟ ਵਿੱਚ ਵੀ ਰਹਿੰਦੇ ਦੇਖੇ ਗਏ ਹਨ। ਕਈਆਂ ਗੱਭਰੂਆਂ ਦੇ ਟੋਲਿਆਂ ਨਾਲ ਇੱਕ ਦੋ ਮੁਟਿਆਰ ਵਿਦਿਆਰਥਣਾਂ ਗੁਜ਼ਾਰਾ ਕਰਨਾ ਸ਼ੁਰੂ ਕਰਤਾ। ਇਹਨਾਂ ਸੰਬੰਧਾਂ ਨਾਲ ਪੇਟ ਵਿੱਚ ਬੱਚੇ ਪਾਲਣੇ ਸ਼ੁਰੂ ਹੋ ਗਏ। ਹੁਣ ਉਹ ਮੁਟਿਆਰਾਂ ਵਾਪਸ ਜਾਣ ਜੋਗੀਆਂ ਨਹੀਂ ਹਨ ਕਿਉਂਕਿ ਸਮਾਜ ਵਿੱਚ ਬਹੁਤ ਜ਼ਿਆਦਾ ਬੇਇੱਜ਼ਤੀ ਅਤੇ ਮੁਟਿਆਰ 'ਤੇ ਸਾਰੀ ਉਮਰ ਦਾ ਕਲੰਕ ਕਿ ਬੱਚੇ ਦੇ ਬਾਪ ਦਾ ਪਤਾ ਹੀ ਨਹੀਂ ਕਿ ਕੌਣ ਹੈ। ਇਹੋ ਜਿਹੀਆਂ ਮੁਟਿਆਰਾਂ ਦਾ ਪੰਜਾਬੀ ਸਮਾਜ ਵਿੱਚ ਵਿਆਹ ਹੋਣ ਦੇ ਮੌਕੇ ਹੋਰ ਵੀ ਪਤਲੇ ਹੋ ਜਾਂਦੇ ਹਨ। ਸਿਰਫ ਇਸ ਮੁਟਿਆਰ ਦਾ ਭਵਿੱਖ ਹੀ ਧੁੰਦਲਾ ਨਹੀਂ ਹੁੰਦਾ ਸਗੋਂ ਉਹਦੇ ਬਾਕੀ ਭੈਣ ਭਰਾਵਾਂ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਅਤੇ ਮਾਂ-ਬਾਪ ਸਮਾਜ ਵਿੱਚ ਮੂੰਹ ਲੁਕਾਉਂਦੇ ਫਿਰਦੇ ਹਨ। ਸਾਰੇ ਪਰਿਵਾਰ ਨੂੰ ਤਾਨਿਆਂ ਮਿਹਣਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਤਲੀ ਆਰਥਿਕਤਾ ਵਾਲੇ ਮਾਂ-ਬਾਪ ਦਾ ਤਾਂ ਹੋਰ ਵੀ ਮੰਦਾ ਹਾਲ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਜੋ ਵੀ ਸੀ ਵੇਚ ਵੱਟ ਕੇ ਕੁੜੀ ਨੂੰ ਪੜ੍ਹਾਈ ਦੇ ਬਹਾਨੇ ਵਿਦੇਸ਼ ਭੇਜਿਆ ਸੀ ਕਿ ਆਰਥਿਕਤਾ ਨਰੋਈ ਹੋ ਜਾਵੇਗੀ। ਕਈ ਦਲਾਲ ਅਤੇ ਵਕੀਲ ਵੀ ਕਈ ਵਾਰ ਗਲਤ ਸਲਾਹਾਂ ਦੇ ਦਿੰਦੇ ਹਨ ਕਿ ਅਗਰ ਲੜਕੀ ਦੇ ਬੱਚਾ ਬਰਤਾਨੀਆ ਵਿੱਚ ਹੋ ਜਾਵੇ ਤਾਂ ਉੱਥੇ ਬੱਚੇ ਕਰਕੇ ਪੱਕੇ ਹੋਣ ਦੇ ਮੌਕੇ ਹਨ, ਜਦੋਂ ਕਿ ਕਾਨੂੰਨ ਦੀ ਕੋਈ ਵੀ ਮੱਦ ਇਸ ਗੱਲ 'ਤੇ ਜ਼ੋਰ ਨਹੀਂ ਪਾਉਂਦੀ। ਮਜਬੂਰੀ ਬਸ ਕਈ ਵਿਦਿਆਰਥੀ ਮੁਟਿਆਰਾਂ ਦੇਸੀ ਭਾਈਬੰਦਾਂ ਦੇ ਅੜਿੱਕੇ ਆ ਜਾਂਦੀਆਂ ਹਨ। ਇਹ ਦੇਸੀ ਬੰਦੇ ਬਰਤਾਨੀਆ ਵਿੱਚ ਪੱਕੇ ਰਹਿ ਰਹੇ ਹੁੰਦੇ ਹਨ ਅਤੇ ਵਿਆਹੇ ਵਰੇ ਬੱਚਿਆਂ ਦੇ ਬਾਪ ਹੁੰਦੇ ਹਨ। ਇਹਨਾਂ ਕੋਲ ਇੱਕ ਤੋਂ ਜ਼ਿਆਦਾ ਘਰ ਹੁੰਦੇ ਹਨ ਅਤੇ ਇਹਨਾਂ ਲਈ ਇਹ ਸੁਨਹਿਰੀ ਮੌਕਾ ਹੁੰਦਾ ਹੈ ਕਿ ਕਿਸੇ ਦੇਸੀ ਮੁਟਿਆਰ ਦਾ ਨਜਾਇਜ਼ ਫਾਇਦਾ ਉਠਾਇਆ ਜਾਵੇ। ਉਹ ਇਸ ਦੇਸੀ ਮੁਟਿਆਰ ਨੂੰ ਆਪਣਾ ਇੱਕ ਕਮਰਾ ਜਾਂ ਕਈ ਹਾਲਤਾਂ ਵਿੱਚ ਘਰ ਵੀ ਇਸ ਸ਼ਰਤ 'ਤੇ ਮੁਫਤੋਂ ਮੁਫਤੀ ਦੇ ਦਿੰਦੇ ਹਨ ਕਿ ਉਹ ਉਹਦੀ ਰਖੀਲ ਬਣ ਕੇ ਰਹੇ। ਉਸ ਮੁਟਿਆਰ ਤੋਂ ਕਿਸੇ ਵੀ ਤਰ੍ਹਾਂ ਦਾ ਖਰਚ ਨਹੀਂ ਲਿਆ ਜਾਂਦਾ ਅਤੇ ਖਾਣ ਪੀਣ ਅਤੇ ਕੱਪੜਿਆਂ ਦਾ ਵੀ ਪ੍ਰਬੰਧ ਕਰ ਦਿੱਤਾ ਜਾਂਦਾ ਹੈ। ਮਜਬੂਰਨ ਉਹ ਲੜਕੀਆਂ ਇਸ ਜਾਲ ਵਿੱਚ ਫਸ ਜਾਂਦੀਆਂ ਹਨ। ਇੱਕ ਵਾਰ ਫਸ ਜਾਣ ਬਾਅਦ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਫਿਰ ਉਹਨਾਂ ਤੋਂ ਧੰਦਾ ਵੀ ਕਰਾਇਆ ਜਾਂਦਾ ਹੈ। ਇਸ ਦਾ ਨਤੀਜਾ ਮਾਨਸਿਕ ਬਿਮਾਰੀ ਜਾਂ ਆਤਮਘਾਤ ਹੀ ਨਿਕਲ ਸਕਦਾ ਹੈ। ਕਈ ਕੇਸਾਂ ਵਿੱਚ ਜਦ ਲੜਕੀ ਆਪਣੇ ਕਿਸੇ ਸਾਥੀ ਵਿਦਿਆਰਥੀ ਜਾਂ ਕਿਸੇ ਹੋਰ ਕੋਲੋਂ ਗਰਭਵਤੀ ਹੋ ਜਾਂਦੀ ਹੈ ਤਾਂ ਉਹਨੂੰ ਇਕੱਲਿਆਂ ਛੱਡ ਦਿੱਤਾ ਜਾਂਦਾ ਹੈ। ਇਹਨਾਂ ਮੁਟਿਆਰਾਂ ਦੀ ਹਾਲਤ ਬੱਚਾ ਹੋ ਜਾਣ 'ਤੇ ਹੋਰ ਵੀ ਖਸਤਾ ਹੋ ਜਾਂਦੀ ਹੈ। ਵਾਪਸ ਪੰਜਾਬ ਇੰਡੀਆ ਉਹ ਜਾ ਨਹੀਂ ਸਕਦੀਆਂ ਕਿ ਸਮਾਜ ਕੀ ਕਹੇਗਾ ਅਤੇ ਬਰਤਾਨੀਆ ਵਿੱਚ ਉਹ ਪੱਕੀਆਂ ਨਹੀਂ ਹੋ ਸਕਦੀਆਂ। ਕੁਝ ਲੜਕੀਆਂ ਦੇ ਸਬੰਧ ਉਸ ਵੇਲੇ ਵੀ ਕਈ ਮਕਾਨ ਮਾਲਕਾਂ ਨਾਲ ਬਣ ਜਾਂਦੇ ਹਨ ਜਦ ਉਹ ਉਹਨਾਂ ਦੇ ਘਰਾਂ ਵਿੱਚ ਕਿਰਾਏ 'ਤੇ ਰਹਿੰਦੀਆਂ ਹਨ
ਅਤੇ ਕੁਝ ਦੇ ਨਜਾਇਜ਼ ਸੰਬੰਧ ਉਸ ਵੇਲੇ ਬਣ ਜਾਂਦੇ ਹਨ ਜਦ ਉਹ ਕਿਸੇ ਦੇਸੀ ਆਦਮੀ ਦੀ ਫੈਕਟਰੀ ਸਟੋਰ ਵਗੈਰਾ ਵਿੱਚ ਬੜੀ ਘੱਟ ਤਨਖਾਹ 'ਤੇ ਜਾਲੀ ਕੰਮ ਕਰਦੀ ਹੈ। ਮੁਟਿਆਰਾਂ ਦੀ ਮਜਬੂਰੀ ਦਾ ਖਿਲਵਾੜ ਬਿਨਾਂ ਕਿਸੇ ਦਰਦ ਦੇ ਕੀਤਾ ਜਾਂਦਾ ਹੈ, ਜਦੋਂ ਕਿ ਇਹ ਨਵਦੌਲਤੀਏ ਆਪਣੇ 'ਤੇ ਧਾਰਮਿਕ ਮੁਖੌਟੇ ਬੜੇ ਪੀढ़ੇ ਕਰਕੇ ਪਾ ਰੱਖਦੇ ਹਨ। ਸਿਰਫ ਕੁੜੀਆਂ ਦੀ ਹੀ ਨਹੀਂ ਸਗੋਂ ਵਿਦਿਆਰਥੀ ਮੁੰਡਿਆਂ ਨਾਲ ਵੀ ਸ਼ੋਸ਼ਣ ਹੁੰਦਾ ਹੈ। ਅੰਗਰੇਜ਼ੀ ਦੀ ਜ਼ਿਆਦਾ ਮਹਾਰਤ ਨਾ ਹੋਣ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਦੇਸੀ ਨਵਦੌਲਤੀਏ ਬੜੀ ਘੱਟ ਤਨਖਾਹ 'ਤੇ ਕੰਮ ਦਿੰਦੇ ਹਨ। ਬਕਸਰ ਪੈਸੇ ਨਾ ਦੇਣਾ ਜਾਂ ਬਣਦੇ ਪੈਸੇ ਵੀ ਮਾਰ ਲੈਣੇ ਵੀ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ। ਵਿਦਿਆਰਥੀਆਂ ਨੂੰ ਕੰਮ ਕਰਨ ਲਈ ਕੁਝ ਘੰਟਿਆਂ ਦੀ ਹੀ ਇਜਾਜ਼ਤ ਹੁੰਦੀ ਹੈ, ਪਰ ਉਹਨਾਂ ਦੀ ਮਜਬੂਰੀ ਪੈਸਾ ਕਮਾਉਣਾ ਹੁੰਦਾ ਹੈ ਅਤੇ ਦੇਸੀ ਮਾਲਕ ਇਹ ਜਾਣਦੇ ਹਨ ਅਤੇ ਇਸੇ ਕਰਕੇ ਜ਼ਿਆਦਾ ਘੰਟੇ ਕੰਮ ਕਰਵਾ ਕੇ ਵੀ ਘੱਟ ਪੈਸੇ ਦਿੱਤੇ ਜਾਂਦੇ ਹਨ। ਉਹਨਾਂ ਨੂੰ ਪੱਕੇ ਕਾਮਿਆਂ ਵਾਲਾ ਕੋਈ ਹੱਕ ਨਹੀਂ ਮਿਲਦਾ। ਅੰਗਰੇਜ਼ੀ ਦੀ ਮਹਾਰਤ ਦਾ ਤਾਂ ਇਹ ਹਾਲ ਹੈ ਕਿ ਉਹਨਾਂ ਨੂੰ ਅੰਗਰੇਜ਼ਾਂ ਦੀ ਗੱਲਬਾਤ ਸਮਝ ਨਹੀਂ ਲੱਗਦੀ ਅਤੇ ਕਈਆਂ ਨੂੰ ਅੰਗਰੇਜ਼ੀ ਦਾ ਸਟੈਂਡਰਡ ਕਾਇਮ ਕਰਨ ਲਈ ਇੱਥੇ ਵਾਧੂ ਪੜ੍ਹਾਈ ਕਰਨੀ ਪਈ। ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਦੀ ਇਸ ਕੰਮ ਲਈ ਮਦਦ ਵੀ ਕੀਤੀ। ਦੇਸੀ ਲੋਕਾਂ ਦਾ ਅੰਗਰੇਜ਼ੀ ਬੋਲਣ ਦਾ ਤਰੀਕਾ ਵੀ ਅੰਗਰੇਜ਼ੀ ਸਿੱਖਣ ਅਤੇ ਸਮਝਣ ਵਿੱਚ ਅੜਿੱਕਾ ਡਾਉਂਦਾ ਹੈ। ਇਸ ਤੋਂ ਬਿਨਾਂ ਇਹਨਾਂ ਦੇ ਤੌਰ ਤਰੀਕੇ ਅਤੇ ਸਲੀਕੇ ਵੀ ਵੱਖਰੇ ਹਨ। ਉੱਚੀ ਉੱਚੀ ਬੋਲਣਾ ਜਾਂ ਗਾਲਾਂ ਕੱਢਣਾ ਅਤੇ ਫਿਰ ਬਹੁਤ ਉੱਚੀ ਉੱਚੀ ਫੋਨ ਕਰਨੇ, ਬੱਸਾਂ ਵਿੱਚ ਉੱਚੀ ਗੱਲਾਂ ਅਤੇ ਗਾਲਾਂ ਕੱਢਣੀਆਂ ਵਿਦਿਆਰਥੀਆਂ ਦੇ ਹਿੱਤ ਵਿੱਚ ਨਹੀਂ ਜਾਂਦਾ। ਇਹਨਾਂ ਦੇ ਵਰਤਾਵ ਤੋਂ ਪੱਕੇ ਰਹਿੰਦੇ ਲੋਕਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਅਤੇ ਇਹ ਗੱਲਾਂ ਯੂਨੀਵਰਸਿਟੀਆਂ ਵਿੱਚ ਵੀ ਉਹਨਾਂ ਦੇ ਲੈਕਚਰਰਾਂ ਅਤੇ ਪ੍ਰੋਫੈਸਰਾਂ ਨੂੰ ਚੜ੍ਹਾਉਂਦੀਆਂ ਹਨ। ਇਸ ਕਰਕੇ ਇਹਨਾਂ ਨੂੰ ਫਰੈਸ਼ੀ ਜਾਂ ਫੌਜੀ ਦਾ ਨਾਂ ਦਿੱਤਾ ਜਾਂਦਾ ਹੈ। ਬਰਤਾਨੀਆ ਦੀ ਪੜ੍ਹਾਈ ਦਾ ਤਰੀਕਾ ਵੱਖਰਾ ਹੈ। ਇੱਥੇ ਵਿਦਿਆਰਥੀਆਂ ਨੂੰ ਲੰਬੇ ਚੌੜੇ ਲੇਖ ਲਿਖਣੇ ਪੈਂਦੇ ਹਨ। ਉਹਨਾਂ ਲੇਖਾਂ ਵਿੱਚ ਕਈ ਤਰ੍ਹਾਂ ਦੀ ਬਹਿਸ ਕੀਤੀ ਜਾਂਦੀ ਹੈ, ਜਿਹਦੇ ਨਾਲ ਉਹਦੇ ਹੱਕ ਅਤੇ ਖਿਲਾਫ ਨੁਕਤੇ ਲੈ ਕੇ ਆਪਣੀ ਗੱਲ ਨੂੰ ਨਿਤਾਰਿਆ ਜਾਂਦਾ ਹੈ। ਹਰ ਕਹੀ ਗੱਲ ਦਾ ਕਿਤਾਬਾਂ ਵਿੱਚੋਂ ਸਬੂਤ ਦੇਣਾ ਪੈਂਦਾ ਹੈ। ਹੁਣ ਇਹੋ ਜਿਹੀ ਪੜ੍ਹਾਈ ਬਾਰੇ ਦੇਸੀ ਵਿਦਿਆਰਥੀਆਂ ਨੂੰ ਕੁਝ ਪਤਾ ਨਹੀਂ ਲੱਗਦਾ ਅਤੇ ਉਹ ਫਿਰ ਪਾਸ ਹੋਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਕਿਸੇ ਨੂੰ 75 ਤੋਂ ਲੈ ਕੇ 100 ਪਾਉਂਡ ਤੱਕ ਇੱਕ ਲੇਖ ਲਿਖਵਾਉਣ ਲਈ ਵਰਤਦੇ ਹਨ ਜਾਂ ਕਿਸੇ ਦੀ ਲਿਖਤ ਚੋਰੀ ਕਰਕੇ ਆਪਣੇ ਲੇਖ ਵਿੱਚ ਲਾ ਲਈ ਜਾਂਦੀ ਹੈ। ਹੁਣ ਯੂਨੀਵਰਸਿਟੀਆਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਾ ਹੈ ਅਤੇ ਇਹ ਵਿਦਿਆਰਥੀ ਆਪਣੇ ਲਈ ਸਮੱਸਿਆਵਾਂ ਪੈਦਾ ਕਰ ਲੈਂਦੇ ਹਨ। ਬਹੁਤ ਘੱਟ ਵਿਦਿਆਰਥੀ ਇਹੋ ਜਿਹੇ ਹਨ ਜੋ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਦੇ ਇੱਥੇ ਆਏ ਹਨ ਅਤੇ ਪੜ੍ਹਾਈ ਨਾ ਕਰ ਰਹੇ ਹੋਣ ਅਤੇ ਉਹ ਇਹਨਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸੇ ਕਰਕੇ ਪੰਜਾਬੋਂ ਬਾਹਰਲੇ ਕਈ ਵਿਦਿਆਰਥੀ ਵਿੱਚ ਵਿਚਾਲੇ ਹੀ ਪੜ੍ਹਾਈ ਛੱਡ ਕੇ ਵਾਪਸ ਪਰਤ ਜਾਂਦੇ ਹਨ ਅਤੇ ਕੁਝ ਬਰਤਾਨੀਆ ਵਿੱਚ ਹੀ ਚੁੱਭੀ ਮਾਰ ਜਾਂਦੇ ਹਨ। ਬਰਤਾਨੀਆ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਹਰ ਮਹੀਨੇ 1500 ਤੋਂ ਜ਼ਿਆਦਾ ਸ਼ਿਕਾਇਤਾਂ ਇਹਨਾਂ ਵਿਦਿਆਰਥੀਆਂ ਦੀਆਂ ਹੀ ਮਿਲਦੀਆਂ ਹਨ। ਇਹਨਾਂ ਵਿਦਿਆਰਥੀਆਂ ਦੀ ਜਾਂ ਤਾਂ ਕਿਸੇ ਨੇ ਲਾਗ ਡਾਟ ਕਰਕੇ ਸ਼ਿਕਾਇਤ ਕੀਤੀ ਹੁੰਦੀ ਹੈ ਅਤੇ ਜਾਂ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਕਰਕੇ ਰਿਪੋਰਟਾਂ ਭੇਜੀਆਂ ਹੁੰਦੀਆਂ ਹਨ। ਕੁਝ ਪੱਕੇ ਹੋਣ ਦੇ ਲਾਲਚ ਵਿੱਚ ਗਲਤ ਬੰਦਿਆਂ ਤੋਂ ਲੁਟਾਈ ਵੀ ਕਰਾਉਂਦੇ ਹਨ। ਵਿਦਿਆਰਥੀ ਆਮ ਕਰਕੇ ਗੁਰਦੁਆਰਿਆਂ ਜਾਂ ਮੰਦਰਾਂ ਵਿੱਚੋਂ ਮੁਫਤ ਦਾ ਪ੍ਰਸ਼ਾਦਾ ਛਕਦੇ ਹਨ। ਇਹ ਇਹਨਾਂ ਥਾਵਾਂ ਤੋਂ ਖਾਣ ਪੀਣ ਦੇ ਸਮਾਨ ਨਾਲ ਪਲਾਸਟਿਕ ਦੇ ਡੱਬੇ ਵੀ ਭਰ ਕੇ ਲੈ ਆਉਂਦੇ ਹਨ ਤਾਂ ਕਿ 2 ਦਿਨ ਤੱਕ ਗੁਜ਼ਾਰਾ ਚੱਲਦਾ ਰਹੇ। ਗੁਰਦੁਆਰਿਆਂ ਮੰਦਰਾਂ ਦੀ ਇੱਥੇ ਭਰਮਾਰ ਹੋਣ ਕਰਕੇ ਇਹ ਮਜਬੂਰੀ ਦੇ ਮਾਰੇ ਵਿਦਿਆਰਥੀ ਵੱਖਰੇ ਵੱਖਰੇ ਧਾਰਮਿਕ ਸਥਾਨਾਂ 'ਤੇ ਵੱਖਰੇ ਵੱਖਰੇ ਦਿਨਾਂ ਨੂੰ ਜਾਂਦੇ ਹਨ ਤਾਂ ਕਿ ਉਹ ਲੋਕਾਂ ਅਤੇ ਪ੍ਰਬੰਧਕੀ ਜਥੇਦਾਰਾਂ ਦੀ ਨਿਗਾਹ ਵਿੱਚ ਨਾ ਚੜ੍ਹ ਜਾਣ। ਕਈ ਮੰਦਰਾਂ ਵਿੱਚ ਸ਼ਨੀ ਦੇਵਤੇ ਨੂੰ ਖੁਸ਼ ਕਰਨ ਲਈ ਸਰੋਂ ਦੇ ਤੇਲ ਦੀਆਂ ਸ਼ੀਸ਼ੀਆਂ ਅਤੇ ਮਾਹਾਂ ਦੀ ਦਾਲ ਚਾੜ੍ਹੀ ਹੁੰਦੀ ਹੈ ਅਤੇ ਇਹ ਸਮਾਨ ਮੰਦਰਾਂ ਵਾਲੇ ਵਗਾਹ ਮਾਰਦੇ ਹਨ, ਪਰ ਹੁਣ ਇਹ ਸਮਾਨ ਵਿਦਿਆਰਥੀ ਸਮੇਟ ਲੈਂਦੇ ਹਨ ਅਤੇ ਆਪਸ ਵਿੱਚ ਵੰਡ ਕੇ ਵਰਤ ਲੈਂਦੇ ਹਨ। ਪੈਸੇ ਦੀ ਤੰਗੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਹੇਰਾਫੇਰੀਆਂ ਕਰਨ ਲਈ ਵੀ ਉਕਸਾਉਂਦੀ ਹੈ। ਇੱਕ ਦੂਜੇ ਦਾ ਬੱਸ ਪਾਸ ਫੋਟੋ ਬਦਲ ਕੇ ਵਰਤਿਆ ਜਾਂਦਾ ਹੈ ਅਤੇ ਕਈ ਕ੍ਰੈਡਿਟ ਕੰਪਨੀਆਂ ਤੋਂ ਕਈ ਤਰ੍ਹਾਂ ਦਾ ਸਮਾਨ ਕ੍ਰੈਡਿਟ ਕਾਰਡ 'ਤੇ ਲੈ ਕੇ ਆਪਣਾ ਥਾਂ ਟਿਕਾਣਾ ਜਾਂ ਤਾਂ ਬਦਲ ਲਿਆ ਜਾਂਦਾ ਹੈ ਅਤੇ ਜਾਂ ਫਿਰ ਬਰਤਾਨੀਆ ਛੱਡ ਆਪਣੇ ਮੁਲਕਾਂ ਨੂੰ ਮੋੜਾ ਪਾ ਲਿਆ ਜਾਂਦਾ ਹੈ। ਜਿੱਥੇ ਵੀ ਦਾ ਲੱਗੇ ਇਹ ਹੇਰਾਫੇਰੀ ਤੋਂ ਪਿੱਛੇ ਨਹੀਂ ਹਟਦੇ। ਵੈਸੇ ਇਹਨਾਂ 'ਚੋਂ ਕਈ ਦਿਨ ਰਾਤ ਪਾਠ ਪੂਜਾ ਵੀ ਕਰਦੇ ਹਨ ਅਤੇ ਆਪਣੇ ਅਕੀਦੇ ਦੇ ਖਿਲਾਫ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਯੂਨੀਵਰਸਿਟੀਆਂ ਕੋਲੋਂ ਇਹਨਾਂ ਬਾਰੇ ਕਿਸੇ ਦੀ ਨਕਲ ਮਾਰ ਕੇ ਕੀਤੇ ਕੰਮ ਜਾਂ ਇੰਟਰਨੈੱਟ ਤੋਂ ਕਿਸੇ ਦੀ ਅਸਾਈਨਮੈਂਟ ਜਾਂ ਥੀਸਿਸ ਚੋਰੀ ਕਰਨ ਦੇ ਵੀ ਇਲਜ਼ਾਮ ਲੱਗੇ ਰਹਿੰਦੇ ਹਨ। ਇੱਥੇ ਪੱਕੇ ਹੋਣ ਲਈ ਗੋਰਿਆਂ ਜਾਂ ਦੇਸੀ ਪੱਕੇ ਰਹਿੰਦਿਆਂ ਨਾਲ ਸਹੀ ਅਤੇ ਗਲਤ ਵਿਆਹ ਵੀ ਕਰਵਾ ਲਏ ਜਾਂਦੇ ਹਨ। ਤਿੰਨਾਂ ਸ਼ੇਰਾਂ ਵਾਲੇ ਪਾਸਪੋਰਟ ਦੀ ਬਕਦਰੀ ਦਾ ਪਤਾ ਇਹਨਾਂ ਮੁਲਕਾਂ ਵਿੱਚ ਹੀ ਲੱਗਦਾ ਹੈ। ਪੰਜਾਬ ਤੋਂ ਬਾਹਰਲੇ ਵਿਦਿਆਰਥੀਆਂ ਜੋ ਬਹੁਤੇ ਕਰਕੇ ਇੱਥੇ ਪੜ੍ਹਾਈ ਕਰਦੇ ਹਨ ਦੀ ਹੇਰਾਫੇਰੀ ਵਾਲੀ ਬਿਰਤੀ ਵੀ ਕਾਫੀ ਭਾਰੀ ਹੈ। ਕਈ ਤਾਂ ਇੰਡੀਆ ਤੋਂ ਆਪਣੇ ਥੀਸਿਸ ਲਿਖਵਾ ਕੇ ਇੱਥੇ ਪਾਸ ਹੋਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਕਿਸੇ ਨੂੰ ਪੈਸੇ ਦੇ ਕੇ ਇਹ ਕੰਮ ਕਰਾਉਂਦੇ ਹਨ। ਇਹਨਾਂ ਵਿੱਚ ਕੁਝ ਉਹ ਵੀ ਵਿਦਿਆਰਥੀ ਹਨ ਜਿਨ੍ਹਾਂ ਨੂੰ ਆਪਣੇ ਆਪਣੇ ਰਾਜਾਂ ਤੋਂ ਉੱਚ ਪੜ੍ਹਾਈ ਲਈ ਵਜ਼ੀਫੇ ਮਿਲੇ ਹੁੰਦੇ ਹਨ। ਵਜ਼ੀਫੇ ਵਾਲੇ ਪੈਸੇ ਇੰਡੀਆ ਵਿੱਚ ਬੈਠੇ ਮਾਂ-ਬਾਪ
ਭੈਣ ਭਰਾਵਾਂ ਨੂੰ ਦੇ ਕੇ ਬਰਤਾਨੀਆ ਵਿੱਚ ਮਾੜੀ ਮੋਟੀ ਨੌਕਰੀ ਕਰਕੇ ਆਪਣਾ ਤੋਰਾ ਤੋਰਦੇ ਹਨ। ਇਹਨਾਂ ਵਿੱਚੋਂ ਕੁਝ ਨੇ ਤਾਂ ਇੱਥੇ ਦੀਆਂ ਕਈ ਚੈਰਿਟੀਜ਼ ਤੋਂ ਝੂਠ ਮੂਠ ਦੱਸ ਕੇ ਗ੍ਰਾਂਟਾਂ ਵੀ ਲਈਆਂ ਕਿ ਪੜ੍ਹਾਈ ਅਤੇ ਖਾਣ ਲਈ ਪੈਸੇ ਨਹੀਂ ਹਨ। ਇਹ ਉਹ ਪੜ੍ਹਾਕੂ ਹਨ ਜਿਨ੍ਹਾਂ ਨੇ ਇੱਥੋਂ ਮਾਸਟਰਜ਼ ਅਤੇ ਡਾਕਟਰੇਟ ਦੀਆਂ ਡਿਗਰੀਆਂ ਕਰਕੇ ਇੰਡੀਆ ਵਿੱਚ ਉੱਚੇ ਰਤਬੇ ਦੀਆਂ ਨੌਕਰੀਆਂ ਲੈਣੀਆਂ ਹਨ। ਇਹਨਾਂ ਨਾਲ ਗੱਲਬਾਤ ਕਰਨ 'ਤੇ ਇਹ ਇੰਡੀਆ ਨੂੰ ਭ੍ਰਿਸ਼ਟ ਮੁਲਕ ਕਹਿਣਗੇ, ਪਰ ਆਪਣੀਆਂ ਕਰਤੂਤਾਂ ਵੱਲ ਕਦੇ ਉਂਗਲੀ ਨਹੀਂ ਕਰਨਗੇ। ਇਹੋ ਜਿਹੇ ਬਰਤਾਨੀਆ ਤੋਂ ਪੜ੍ਹ ਕੇ ਗਏ ਵਿਦਿਆਰਥੀ ਵੀ ਕੱਲ੍ਹ ਨੂੰ ਮੁਲਕ ਦਾ ਕੀ ਸੁਧਾਰ ਕਰਨਗੇ। ਕੁਝ ਕੇਸ ਇਹੋ ਜਿਹਾ ਵੀ ਸੁਣਨ ਨੂੰ ਮਿਲੇ ਹਨ ਕਿ ਗੁਰਦੁਆਰੇ ਗਿਆ ਕਿਸੇ ਵਿਦਿਆਰਥੀ ਨੇ ਕਿਸੇ ਬਜ਼ੁਰਗ ਔਰਤ ਕੋਲ ਜਦ ਆਪਣਾ ਦੁੱਖੜਾ ਸੁਣਾਇਆ ਤਾਂ ਉਹਨੇ ਤਰਸ ਖਾ ਕੇ ਉਸ ਲੜਕੀ ਨੂੰ ਘਰ ਲੈ ਗਈ। ਬਜ਼ੁਰਗ ਔਰਤ ਨੇ ਜਦ ਕਿਚਨ 'ਚ ਚਾਹ ਬਣਾਉਣੀ ਰੱਖੀ ਤਾਂ ਵਿਦਿਆਰਥਣ ਲੜਕੀ ਨੇ ਟੋਇਲਟ ਦੇ ਬਹਾਨੇ ਘਰ ਦੇ ਉੱਪਰ ਜਾ ਕੇ ਸਾਰਾ ਘਰ ਫਰੋਲ ਮਾਰਿਆ ਕਿ ਘਰ ਵਿੱਚ ਹੋਰ ਕੋਈ ਹੈ ਕਿ ਨਹੀਂ, ਤੇ ਥੱਲੇ ਆ ਕੇ ਬਜ਼ੁਰਗ ਔਰਤ 'ਤੇ ਗਲ 'ਤੇ ਛੁਰੀ ਰੱਖ ਦਿੱਤੀ ਅਤੇ ਗਹਿਣੇ ਅਤੇ ਨਕਦੀ ਉਹਦੇ ਹਵਾਲੇ ਕਰ ਦਿੱਤੀ ਜਾਵੇ। ਇਹੋ ਜਿਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਭਾਵੇਂ ਆਮ ਨਹੀਂ ਹੁੰਦੀਆਂ, ਪਰ ਹੁੰਦੀਆਂ ਜ਼ਰੂਰ ਹਨ। ਇੱਕ ਹੋਰ ਕਿਸਮ ਉਹਨਾਂ ਵਿਦਿਆਰਥੀਆਂ ਦੀ ਵੀ ਹੈ ਜੋ ਅਮੀਰ ਘਰਾਂ ਦੇ ਕਾਕੇ ਹਨ। ਉਹ ਸਮਝਦੇ ਹਨ ਕਿ ਬਰਤਾਨੀਆ ਵਿੱਚ ਆ ਕੇ ਅਯਾਸ਼ੀ ਕੀਤੀ ਜਾਵੇ। ਅਗਰ ਇਹ ਵਿਗੜੇ ਕਾਕੇ ਪੜ੍ਹਨ ਵਾਲੇ ਹੁੰਦੇ ਤਾਂ ਇੰਡੀਆ ਹੀ ਪੜ੍ਹ ਲੈਂਦੇ, ਪਰ ਬਰਤਾਨੀਆ ਵਿੱਚ ਤਾਂ ਉਹ ਮੌਜ ਮੇਲਾ ਕਰਨ ਆਉਂਦੇ ਹਨ। ਉਹਨਾਂ ਦੇ ਮਾਂ-ਬਾਪ ਵੀ ਹੁੱਭ ਕੇ ਗੱਲ ਕਰਦੇ ਹਨ ਕਿ ਕਾਕਾ ਜੀ ਬਲੈਤ ਪੜ੍ਹਨ ਗਏ ਹੋਏ ਆ। ਬਰਤਾਨੀਆ ਆ ਕੇ ਇਹ ਬਾਪ ਦੀ ਦੌਲਤ 'ਚੋਂ ਮਹਿੰਗੀਆਂ ਕਾਰਾਂ BMW ਮਰਸੀਡੀਜ਼ ਵਗੈਰਾ ਲੈ ਕੇ ਜੂਏ ਘਰਾਂ ਵਿੱਚ ਜਾਂਦੇ ਅਤੇ ਸ਼ਰਾਬ ਪਾਰਟੀਆਂ ਕਰਦੇ ਹਨ। ਗੋਰੀਆਂ ਅਤੇ ਦੇਸੀ ਲੜਕੀਆਂ ਨਾਲ ਬਦਮਾਸ਼ੀਆਂ ਕਰਦੇ ਹਨ ਅਤੇ ਬਾਪ ਦੀ ਕਮਾਈ ਦੀ ਲੁਟਾਈ ਕਰਦੇ ਹਨ। ਫੇਲ ਹੋ ਕੇ ਅਤੇ ਜ਼ਿਆਦਾ ਵਿਗੜ ਕੇ ਵਾਪਸ ਆਪਣੇ ਮੁਲਕਾਂ ਨੂੰ ਚਲੇ ਜਾਂਦੇ ਹਨ। ਇੰਗਲੈਂਡ ਰਿਟਰਨ ਹੋਣ ਕਰਕੇ ਇਹਨਾਂ ਦੀ ਕੀਮਤ ਫਿਰ ਵੱਧ ਜਾਂਦੀ ਹੈ ਅਤੇ ਝੂਠ ਬੋਲ ਕੇ ਅਮੀਰ ਘਰਾਣੇ ਦੀਆਂ ਲੜਕੀਆਂ ਨਾਲ ਵਿਆਹ ਕਰਕੇ ਟਿਕ ਜਾਂਦੇ ਹਨ। ਵਾਪਸ ਜਾਣ 'ਤੇ ਹਜ਼ਾਰਾਂ ਪਾਉਂਡਾਂ ਦੇ ਫੋਨ, ਆਈਪੈਡ ਠੱਗੀਆਂ ਮਾਰ ਕੇ ਲੈ ਜਾਂਦੇ ਹਨ। ਵਿਦਿਆਰਥੀਆਂ ਨੂੰ ਧੜਾ ਵੀਜ਼ੇ ਦੇਣ ਵਿੱਚ ਸਰਕਾਰ ਦੀ ਬੜੀ ਵੱਡੀ ਮੂਰਖਤਾ ਸੀ। ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਸਿਰਫ ਕਾਗਜ਼ਾਂ ਵਿੱਚ ਹੀ ਸਨ। ਇਹਨਾਂ 'ਤੇ ਨਕੇਲ ਬੜੀ ਢਿੱਲੀ ਛੱਡੀ ਹੋਈ ਸੀ ਅਤੇ ਇਸੇ ਕਰਕੇ ਬਾਅਦ ਵਿੱਚ ਰੋਕ ਲਾਉਣ 'ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ। ਸਰਕਾਰ ਨੇ ਜਦ ਨਮਦਾ ਕੱਸਿਆ ਤਾਂ ਬਹੁਤ ਸਾਰੇ ਝੂਠੇ ਕਾਲਜ ਯੂਨੀਵਰਸਿਟੀਆਂ ਬੰਦ ਹੋ ਗਏ ਅਤੇ ਕਈ ਵਿਦਿਆਰਥੀਆਂ ਦੇ ਦਿੱਤੇ ਪੈਸੇ ਡੁੱਬ ਗਏ। ਬਹੁਤੇ ਵਿਦਿਆਰਥੀਆਂ ਬਰਤਾਨੀਆ ਆਉਣ ਤੋਂ ਪਹਿਲਾਂ ਬਰਤਾਨੀਆ ਰਹਿੰਦੇ ਕਿਸੇ ਦੋਸਤ ਅਤੇ ਰਿਸ਼ਤੇਦਾਰ ਨੂੰ ਦੱਸਿਆ ਵੀ ਨਹੀਂ ਸੀ ਕਿ ਅਸੀਂ ਵੀ ਇਹਨਾਂ ਨੂੰ ਇੰਗਲੈਂਡ ਜਾ ਕੇ ਦਿਖਾਲਦੇ ਹਾਂ। ਕੰਮ ਖਰਾਬ ਹੋ ਜਾਣ 'ਤੇ ਫਿਰ ਫੋਨ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਉਹਨਾਂ ਦੇ ਡੁੱਬ ਰਹੇ ਪੈਸਿਆਂ ਨੂੰ ਬਚਾ ਲਿਆ ਜਾਵੇ। ਇਸ ਸਾਰੇ ਮਸਲੇ ਵਿੱਚ ਨਲਾਇਕ ਸਰਕਾਰਾਂ ਦਾ ਤਾਂ ਰੋਲ ਹੈ ਹੀ, ਪਰ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਜਦ ਪੱਛਮੀ ਮੁਲਕਾਂ ਤੋਂ ਸੈਰ ਦੇ ਬਹਾਨੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਸਾਡੇ ਲੋਕ ਜਾਂਦੇ ਹਨ ਤਾਂ ਆਪਣੀ ਅਮੀਰੀ ਦੀ ਕਈ ਤਰ੍ਹਾਂ ਨਾਲ ਨਮਾਇਸ਼ ਕਰਦੇ ਹਨ। ਕੰਨਾਂ, ਬਾਹਾਂ ਅਤੇ ਗਲੇ ਨੂੰ ਸੋਨੇ ਨਾਲ ਭਰਿਆ ਜਾਂਦਾ ਹੈ ਅਤੇ 4 ਹਫ਼ਤਿਆਂ ਵਿੱਚ ਪਾਣੀ ਵਾਂਗ ਪੈਸਾ ਖਰਚਿਆ ਜਾਂਦਾ ਹੈ। ਇਸ ਨਾਲ ਇੰਡੀਆ ਬੈਠੇ ਲੋਕਾਂ ਨੂੰ ਲੱਗਦਾ ਕਿ ਪੱਛਮੀ ਮੁਲਕਾਂ ਵਿੱਚ ਬਹੁਤ ਆਸਾਨੀ ਨਾਲ ਬਹੁਤ ਸਾਰਾ ਪੈਸਾ ਕਮਾਇਆ ਜਾ ਸਕਦਾ ਹੈ। ਇਸੇ ਕਰਕੇ ਗੋਰੀ ਧਰਤੀ 'ਤੇ ਪਹੁੰਚਣ ਲਈ ਉਹ ਕੋਈ ਵੀ ਢੰਗ ਤਰੀਕਾ ਵਰਤਣ ਲਈ ਤਿਆਰ ਹੋ ਜਾਂਦੇ ਹਨ। ਅਗਰ ਸਾਡੇ ਆਪਣੇ ਮੁਲਕਾਂ ਦਾ ਰਾਜਸੀ ਪ੍ਰਬੰਧ ਚੰਗਾ ਹੋਵੇ ਤਾਂ ਬਾਹਰਲੇ ਮੁਲਕਾਂ ਨੂੰ ਕਿਉਂ ਜਾਇਆ ਜਾਵੇ। ਇਹ ਤਾਂ ਸੀ ਜੀ ਮੇਰਾ ਲੇਖ ਜਿਹੜਾ ਮੈਂ ਵਿਦਿਆਰਥੀਆਂ ਬਾਰੇ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ। ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਇਨਕੂਬੇਟ ਕਰ ਰਿਹਾ ਹੈਗਾ ਤਾਂ ਕਿ ਤੁਸੀਂ ਜਿਹੜਾ ਹੈਗਾ ਮੈਨੂੰ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਮੈਂ ਪ੍ਰੀਤਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਚੌਹਾਨ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਿਹੜਾ ਇਹ ਵਿਸ਼ਾ ਹੈ ਇਹ ਬਹੁਤ ਗੰਭੀਰ ਆ। ਹਾਂਜੀ ਹਾਂਜੀ, ਕਿਉਂਕਿ ਜਿਹੜੀ ਵਿੱਦਿਆ, ਸਹੀ ਵਿੱਦਿਆ ਹੈ ਨਾ, ਉਹਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਕਿਉਂਕਿ ਭਾਰਤ ਦੇ ਵਿੱਚ ਜਿੰਨੀ ਵੀ ਜਿਹੜੀ ਇੱਕ ਤਾਂ ਭਾਰਤ ਦੀ ਵਿੱਦਿਆ ਦਾ ਤਾਂ ਇੱਥੇ ਦੀ ਵਿੱਦਿਆ ਦਾ ਪੱਧਰ ਦਾ ਬਹੁਤ ਫਰਕ ਆ, ਬਹੁਤ ਜ਼ਿਆਦਾ। ਕਿਉਂਕਿ ਮੈਂ ਤਾਂ ਚੌਹਾਨ ਸਾਹਿਬ ਇੰਡੀਆ ਤੋਂ ਵੀ ਪੜ੍ਹ ਕੇ ਆਇਆ ਸੀ ਤੇ ਇੱਥੇ ਵੀ ਉੱਚ ਵਿੱਦਿਆ ਪ੍ਰਾਪਤ ਕੀਤੀ, ਸੋ ਮੈਂ ਦੋਨਾਂ ਦਾ ਕੰਪੈਰੀਜ਼ਨ ਮੈਨੂੰ ਪਤਾ ਹੈ। ਬਿਲਕੁਲ ਠੀਕ ਗੱਲ ਤੁਹਾਡੀ। ਕਿਉਂ ਮੈਂ ਖੁਦ ਦੇਖਿਆ ਵੀ ਇਹ ਜਾਨੀ ਅੱਜ ਦੀ ਗੱਲ ਨਹੀਂ ਹੈਗੀ। 60 ਦੇ ਵਿੱਚ ਵੀ ਜਾਨੀ ਬਹੁਤੇ ਇੱਥੇ ਜਿਹੜੇ ਹਨ ਇੱਦਾਂ ਦਾ ਕੰਮ ਕਰਦੇ ਸੀ। ਉਹ ਇੱਥੇ ਕੁਝ ਕਾਲਜਾਂ ਦੇ ਨਾਲ ਮਿਲੇ ਹੋਏ ਸੀ ਤਾਂ ਉਹ ਇੱਥੋਂ ਐਡਮਿਸ਼ਨ ਸਰਟੀਫਿਕੇਟ ਲੈ ਲੈਂਦੇ ਸੀ। ਹਾਂਜੀ ਹਾਂਜੀ ਹਾਂਜੀ। ਉਹ ਉੱਥੇ ਜਦ ਭੇਜਣਾ ਤੇ ਉੱਥੇ ਫਿਰ ਨਾਲ ਸਪਾਂਸਰ ਵੀ ਹੁੰਦੀ ਸੀਗੀ ਤਾਂ ਉਹ ਪਾਸਪੋਰਟ ਆਫਿਸ ਵਾਲੇ ਉਸ ਮੁੰਡੇ ਨੂੰ ਉੱਥੇ ਸੱਦਦੇ ਸੀ। ਸੱਦ ਕੇ ਜੇ ਤੁਸੀਂ ਤੁਹਾਡੀ ਕੋਈ ਫਰਮਾਇਸ਼ ਵਗੈਰਾ ਹੈਗੀ ਆ ਤਾਂ ਉਹ ਆ ਲੈਣ ਦਿੰਦੇ ਸੀ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਉਹ ਜਾਣ ਇਹ ਵੀ ਨਹੀਂ ਸੀ ਕਰਦੇ ਵੀ ਇਹ ਜਿਹੜਾ ਕਾਲਜ ਆ ਵੀ ਉੱਥੇ ਸਹੀ ਆ ਜਾਂ ਫਰਜ਼ੀ ਆ। ਔਰ ਬਹੁਤੇ ਪਰ ਉਹਨਾਂ ਦਾ ਤਾਂ ਇਹ ਹੁੰਦਾ ਸੀ ਵੀ ਕਿਸੇ ਤਰ੍ਹਾਂ ਉਦੋਂ ਇਹਨਾਂ ਨੂੰ ਇੱਥੇ ਲੋੜ ਸੀਗੀ। ਬਿਲਕੁਲ ਬਿਲਕੁਲ। ਔਰ ਇੱਥੇ ਮੈਂ ਦੇਖਿਆ ਵੀ ਬਹੁਤ ਜਿਹੜੇ ਇਸ ਤਰ੍ਹਾਂ ਇੰਟਰ ਹੋਏ ਆ ਔਰ ਬਾਅਦ ਦੇ ਵਿੱਚ
ਚਲੋ ਜੇ ਉਹ ਨਹੀਂ ਸੀ ਸ਼ਾਦੀ ਹੋਏ ਫਿਰ ਇੱਥੇ ਆ ਕੇ ਜਿਹੜਾ ਤੁਸੀਂ ਹੁਣ ਜਿਹੜਾ ਇਹ ਸ਼ਾਦੀ ਦਾ ਉਹ ਮੈਰਿਜ ਆਫ ਜਾਨੀ ਕਨਵੈਕਸ਼ਨ ਮੈਰਿਜ ਆਫ ਕਨਵੀਨੀਅੰਸ ਯੈਸ ਹਾਂਜੀ ਹਾਂਜੀ ਦੇਖੋ ਜਿਹੜੀ ਹੈ ਨਾ ਮਤਲਬ ਜਿਹੜਾ ਮੈਰਿਜ ਤੁਸੀਂ ਸਿਰਫ ਵਿਆਹ ਲਈ ਕਰਾਉਣਾ ਹਾਂ ਉਹ ਤਾਂ ਬਹੁਤ ਪ੍ਰੋਬਲਮ ਹੈ ਕਿਉਂਕਿ ਇੱਥੇ ਉਹ ਕਰਕੇ ਫਿਰ ਉਹ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਔਰ ਇਦਾਂ ਜਾਨੀ ਬਹੁਤਿਆਂ ਦੇ ਨਾਲ ਹੋਇਆ ਔਰ ਹੁਣ ਤਾਂ ਉੱਥੇ ਮੈਂ ਤਾਂ ਹੈਰਾਨ ਆ ਵੀ ਉੱਥੇ ਥਾਂ ਥਾਂ ਪੰਜਾਬ ਦੇ ਵਿੱਚ ਇਸ਼ਤਿਹਾਰ ਲੱਗੇ ਹੋਏ ਇਦਾਂ ਹੀ ਹੈ ਇਦਾਂ ਹੈ ਇਦਾਂ ਹੀ ਔਰ ਉਹ ਲੋਕ ਬਿਨਾਂ ਸਮਝੇ ਜੀ ਵੀ ਐਸਾ ਮੇਰਾ ਯੂਕੇ ਦਾ ਕੈਨੇਡਾ ਦਾ ਜਗ੍ਹਾ ਦਾ ਜਾਨੀ ਉਹ ਇਹ ਵੀ ਨਹੀਂ ਜਾਣ ਉਹਨਾਂ ਤੋਂ ਪੁੱਛਦੇ ਵੀ ਕਿੰਨਾ ਟਾਈਮ ਲੱਗੂ ਜਾਂ ਕਿੰਨੇ ਉਹ ਠੱਗੀਆਂ ਲੱਗਦੀਆਂ ਬਿਲਕੁਲ 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 ਔਰ ਮੈਂ ਉੱਥੇ ਜਾਂਦਾ ਰਹਿੰਦਾ ਮੈਂ ਉਹਨਾਂ ਨੂੰ ਬਹੁਤਿਆਂ ਨੂੰ ਕਿਹਾ ਵੀ ਆ ਵੀ ਦੇਖੋ ਤੁਸੀਂ ਇਹ ਇਹਨਾਂ ਨੂੰ ਸਮਝਾਓ ਪਰ ਉਹ ਮੁੰਡੇ ਸਮਝਦੇ ਨਹੀਂ ਹੈਗੇ ਹਾਂਜੀ 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 ਕਿਉਂਕਿ ਲੜਕੀਆਂ ਵੀ ਤੁਸੀਂ ਦੇਖੋ ਜਿਹੜੀਆਂ ਲੜਕੀਆਂ ਵੀ ਹੈ ਨਾ ਔਰ ਬੜੀ ਇਹਦੇ ਵਿੱਚ ਲੂਪ ਹੋਲ ਬਹੁਤ ਆ ਬਹੁਤ ਜ਼ਿਆਦਾ ਹਾਂਜੀ ਹਾਂਜੀ ਕਿਉਂਕਿ ਜੇ ਕੋਈ ਲੜਕੀ ਨਹੀਂ ਵਿਆਹੀ ਤਾਂ ਉਹ ਨਾਲ ਇੱਕ ਉਹ ਮੁੰਡੇ ਨੂੰ ਵੀ ਤਿਆਰ ਕਰ ਲੈਂਦੀ ਹਾਂਜੀ 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 ਵੀ ਮੈਂ ਚੱਲੀ ਆ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਇਸ ਹਫ਼ਤੇ ਇੱਕ ਖਬਰ ਛਪੀ ਆ ਵੀ 40 ਲੱਖ ਰੁਪਈਆ ਉਹ ਲੜਕੇ ਵਾਲੇ ਠੱਗ ਹੋ ਗਿਆ ਕਿਉਂਕਿ ਉਹਨੇ ਜੀ ਇੰਨਾ ਉਹਨ ਕਿਹਾ ਵੀ ਕੁੜੀ ਕੈਨੇਡਾ ਜਾ ਰਹੀ ਆ ਇਹਨ ਵੀ ਨਾਲ ਚੱਲ ਜਾਣਾ ਵੀ ਪਹਿਲਾਂ ਤੁਸੀਂ ਸਾਨੂੰ ਇੰਨੇ ਪੈਸੇ ਦਾ ਇੰਤਜ਼ਾਮ ਕਰ ਇਦਾਂ ਹੀ ਇਦਾਂ ਹੀ ਔਰ ਬੜੀ ਤਾਂ ਗੱਲ ਆ ਵੀ ਜਿਹੜਾ ਕਲੇਸ਼ ਕਿੰਨਾ ਵੱਧਦਾ ਬਿਲਕੁਲ 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 ਜਾਨੀ ਮੈਂ ਤਾਂ ਇੱਥੇ ਤੱਕ ਵੀ ਦੇਖਿਆ ਵੀ ਇੱਕ ਲੜਕਾ ਇੱਥੇ ਆਇਆ ਸੀਗਾ ਹਾਂਜੀ ਉਹਨੇ ਉੱਥੇ LLM ਕੀਤੀ ਸੀ ਦੇਖੋ ਵੀ ਉੱਥੇ ਦੀ ਤਾਂ ਇੱਥੇ ਦਾ ਕਿੰਨਾ ਫਰਕ ਹੈ ਉਹ ਜਦ ਉਹਨੇ ਅਪਲਾਈ ਕੀਤਾ ਤਾਂ ਉਹਨੂੰ ਕੈਦ ਨਾ ਹੋਵੇ ਦਿੱਲੀ ਪਰ ਉਹ ਅਪੀਲ ਦੇ ਵਿੱਚ ਜਾਨੀ ਉਹ ਪਾਸ ਹੋ ਗਿਆ ਵੀ ਆ ਸਕਦਾ ਕਿਉਂਕਿ ਉਹ ਨਹੀਂ ਕਿਹਾ ਜੀ ਵੀ ਦੇਖੋ ਤੁਸੀਂ ਇਹ ਇੰਡੀਆ ਦੀ ਜਿਹੜੀ ਹੈਗੀ ਆ ਕੁਆਲੀਫਿਕੇਸ਼ਨ ਇਹਨੂੰ ਰੈਕਗਨਾਈਜ਼ ਨਹੀਂ ਕਰਦੇ ਬਹਿਸ ਦੇ ਵਿੱਚ ਜਾਨੀ ਉਹ ਲੰਘਿਆ ਆ ਪਰ ਇੱਥੇ ਜਾਨੀ ਉਹ ਜਿੱਥੇ ਦਾ ਲੱਗਣਾ ਸੀ ਤਾਂ ਉਹਨੇ ਕਿਹਾ ਵੀ ਤੂੰ ਪਹਿਲਾਂ ਇੱਥੇ ਦਾ ਲੋਅਰ ਐਗਜ਼ਾਮ ਪਾਸ ਕਰ ਇਹ ਤੋਂ ਬਿਨਾਂ ਵੀ ਆਪਣੇ ਚੌਹਾਨ ਸਾਹਿਬ ਜਿਹੜੇ ਡਾਕਟਰਸ ਵੀ ਉੱਥੋਂ ਆਉਂਦੇ ਹੈਗੇ ਉਹਨਾਂ ਨੂੰ ਵੀ ਇੱਥੇ ਐਗਜ਼ਾਮ ਪਾਸ ਕਰਨਾ ਪੈਂਦਾ ਨਹੀਂ ਉਹ ਤਾਂ ਮੈਂ ਤਾਂ ਹੈਰਾਨ ਆ ਵੀ ਉਹਨੇ ਕਿਹਾ ਵੀ ਤੂੰ ਇੰਡੀਆ ਦੀ ਭਾਵੇਂ LLB LLM ਕੀਤੀ ਆ ਵੀ ਇੱਥੇ ਦਾ ਜਿਹੜਾ ਲੋਅਰ ਆ ਪਹਿਲਾਂ ਉਹ ਕਰ ਉਹ ਬੜਾ ਹੈਰਾਨ ਹੋਇਆ ਵੀ ਫਿਰ ਮੇਰਾ ਇੰਡੀਆ ਦਾ ਪਾਸ ਹੋਇਆ ਤਾਂ ਉਹਦਾ ਕੀ ਹੋਇਆ ਬਿਲਕੁਲ 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 ਉਹਨੇ ਕਿਹਾ ਵੀ ਨਹੀਂ ਅਸੀਂ ਤਾਂ ਤੈਨੂੰ ਤਾਰਿਆ ਉਹ ਤੁਸੀਂ ਦੇਖੋ ਵੀ ਜਿਹੜਾ ਉਹ ਲੋਅਰ ਐਗਜ਼ਾਮ ਦਾ ਹੈ ਨਾ ਦਿੱਤਾ ਉਹਦੇ ਵਿੱਚ ਉਹਨੇ ਕਿਹਾ ਵੀ ਤੂੰ ਗਾਂ ਇੱਥੇ ਐਗਜ਼ਾਮ ਹੀ ਨਹੀਂ ਦੇ ਸਕਦਾ ਇਦਾਂ ਹੀ ਜੀ ਇਦਾਂ ਹੈ ਬਿਲਕੁਲ ਬਿਲਕੁਲ ਤੇ ਤੇਰਾ ਤਾਂ ਬਹੁਤ ਤੇਰੇ ਪੱਧਰ ਹੀ ਥੱਲੇ ਹੈ ਪਰ ਫਿਰ ਉਹ ਤੁਸੀਂ ਉਹ ਇੱਥੇ ਆ ਗਿਆ ਸੀ ਤਾਂ ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਜਾਨੀ ਜਾਂ ਤਾਂ ਉਹਨੇ ਸ਼ਾਦੀ ਕਰਕੇ ਜਾਂ ਕਿੱਦਾਂ ਫਿਰ ਉਹ ਰਹਿ ਲਿਆ ਇੱਥੇ ਪਰ ਬੜੀ ਤਾਂ ਗੱਲ ਹੈ ਵੀ ਦੇਖੋ ਇਹ ਇੱਕ ਵਪਾਰ ਨਹੀਂ ਬਣਨਾ ਚਾਹੀਦਾ ਨਹੀਂ ਇਹ ਤਾਂ ਹੈ ਵਪਾਰ ਆ ਮੈਂ ਅਜੇ ਤੱਕ ਚੌਹਾਨ ਸਾਹਿਬ ਕਿਸੇ ਪੰਜਾਬੀ ਨੂੰ ਹੋ ਸਕਦਾ ਮੇਰੀ ਨਹੀਂ ਏਡੀ ਵੱਡੀ ਵਾਕਫੀਅਤ ਲੈ ਵੀ ਕਿਸੇ ਨੂੰ ਇੱਥੇ ਪੜ੍ਹਦਾ ਨਹੀਂ ਮੈਂ ਦੇਖਿਆ ਹੈਗਾ ਉਹ ਤਾਂ ਇੱਥੇ ਆਉਣ ਦਾ ਜ਼ਰੀਆ ਹੈ ਨਹੀਂ ਉਹ ਦੇਖੋ ਪਹਿਲਾਂ ਤਾਂ ਵੱਡੀ ਗੱਲ ਆ ਵੀ ਪ੍ਰਚਾਰ ਬਹੁਤ ਕਰਦੇ ਆ ਹਾਂਜੀ 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 ਕਿਉਂਕਿ ਜੋ ਕੋਈ ਕਿਸੇ ਨੂੰ ਇਦਾਂ ਲਗਾਉਂਦਾ ਤਾਂ ਉਹਦੀਆਂ ਫਿਰ ਸਿਫਤਾਂ ਕਰਦੇ ਆ ਇਦਾਂ ਹੀ ਇਦਾਂ ਪਰ ਜਿਹੜਾ ਕੋਈ ਸਹੀ ਮਤ ਦਿੰਦਾ ਉਹਨੂੰ ਬੋਲਣੋਂ ਹਟ ਜਾਂਦੇ ਇਦਾਂ ਹੀ ਇਦਾਂ ਕਹਿੰਦੇ ਤਾਂ ਹੁਣ ਇਦਾਂ ਲਗਾਇਆ ਤੂੰ ਵੀ ਕੋਈ ਕਰ ਇਦਾਂ ਪਰ ਦੇਖੋ ਵੀ ਇਹ ਜਿਹੜੀ ਵਿੱਦਿਆ ਆ ਹੁਣ ਤੁਸੀਂ ਦੇਖੋ ਵੀ ਜੇ ਕੋਈ ਵਿੱਦਿਆ ਪੜ੍ਹਨ ਆਉਂਦਾ ਉਹਦੀ ਸੋਚ ਵੀ ਹੋਣੀ ਚਾਹੀਦੀ ਹੈ ਬਿਲਕੁਲ 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 ਹੁਣ ਤੁਸੀਂ ਦੇਖੋ ਵੀ ਪੈਸਾ ਕਿਹਨੂੰ ਨਹੀਂ ਚਾਹੀਦਾ ਹੁਣ ਦੇਖੋ ਵੀ ਜਿਹੜਾ ਬਾਬਾ ਸਾਹਿਬ ਬਾਬ ਇੱਥੇ ਪੜ੍ਹਨ ਆਏ ਸੀਗੇ ਹਾਂਜੀ 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 ਬਿਲਕੁਲ ਕਿਉਂਕਿ ਉਹਨੇ ਉੱਥੇ ਗ੍ਰੈਜੂਏਸ਼ਨ ਕੀਤੀ ਸੀ ਉਹਨਾਂ ਕੋਲ ਤਾਂ ਪੈਸਾ ਹੀ ਨਹੀਂ ਸੀ ਹਾਂਜੀ ਹਾਂਜੀ ਉਹ ਮਹਾਰਾਜਾ ਬੜੌਦਾ ਨੇ ਜਾਨੀ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਜਾਣਾ ਤਾਂ ਮੈਂ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਹਾਂ ਬਿਲਕੁਲ 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 ਦੇਲਾ ਵੀ ਉਹਨੇ MA PhD ਉੱਥੇ ਪਹਿਲਾਂ ਅਮਰੀਕਾ 'ਚ ਕੀਤੀ ਹਾਂਜੀ 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 ਫਿਰ ਉਹ ਮਤਲਬ ਇਹ ਸੀਗੀ ਵੀ ਜਾਨੀ ਉਹਨਾਂ ਨੂੰ ਇੱਥੇ ਵੀ ਉਹ ਰਹਿ ਸਕਦੇ ਸੀ ਕਿਉਂਕਿ ਪਰ ਉਹਨਾਂ ਦੀ ਤਾਂ ਸੋਚ ਸੀ ਵੀ ਮੈਂ ਸਮਾਜ 'ਚ ਕ੍ਰਾਂਤੀ ਲਿਆਉਣੀ ਬਿਲਕੁਲ 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 ਉਹ ਤੁਸੀਂ ਦੇਖ ਲਓ ਤੇ ਉਹ ਮਤਲਬ ਉਹ ਵਾਪਸ ਗਏ ਪਰ ਦੂਸਰੀ ਵਾਰੀ ਤੁਸੀਂ ਦੇਖੋ ਉਹ ਪੈਸੇ ਕੋਲ ਲੈ ਕੇ ਆਏ ਲੰਡਨ ਪੜ੍ਹਨ ਹਾਂਜੀ ਹਾਂਜੀ ਜਦ ਦੁਬਾਰਾ ਆਏ ਆ ਉਹ ਕੋਲੋਂ ਪੈਸੇ ਦਾ ਇੰਤਜ਼ਾਮ ਕਰਕੇ ਆਏ ਆ ਓਕੇ ਚੌਹਾਨ ਸਾਹਿਬ ਥੈਂਕ ਯੂ ਤੁਹਾਡਾ ਜੀ ਦੇਖੋ ਇਹਦਾ ਵਪਾਰ ਨਹੀਂ ਬਣਨਾ ਚਾਹੀਦਾ ਬਿਲਕੁਲ ਬਹੁਤ ਮਿਹਰਬਾਨੀ ਫਕੀਰ ਚੰਦ ਚੌਹਾਨ ਸੀ ਜੀ ਇਹ ਤਾਂ ਬਰਮਿੰਘਮ ਤੋਂ ਤੇ ਤੁਸੀਂ ਵੀ ਜਿਹੜਾ ਹੈਗਾ ਸਾਨੂੰ ਟੈਲੀਫੋਨ ਕਾਲ ਕਰਕੇ ਜਿਹੜਾ ਹੈਗਾ ਸੰਵਾਦ ਰਚਾ ਸਕਦੇ ਆ ਕਿਉਂਕਿ ਮਸਲਾ ਇਹ ਕਾਫੀ ਗੰਭੀਰ ਹੈ ਤੇ ਸਿਰਫ ਇਹ ਬਰਤਾਨੀਆ ਦਾ ਹੀ ਮਸਲਾ ਨਹੀਂ ਹੈ ਸਗੋਂ ਤੋਂ ਇਹ ਜਿੰਨੇ ਵੀ ਯੂਰਪੀਅਨ ਕੰਟਰੀਜ਼ ਹੈਗੇ ਉੱਥੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਹੈਗੇ ਉਹ ਇੰਡੀਆ ਤੋਂ ਪੜ੍ਹਨ ਆਉਂਦੇ ਹੈ ਤੇ ਉੱਥੋਂ ਅੰਗਰੇਜ਼ੀ ਦਾ ਉਹ ਟੈਸਟ ਪਾਸ ਜਾਣੀ ਕਿ ਕਰਕੇ ਤੇ ਉਹ ਐਡਮਿਸ਼ਨ ਯਾਨੀ ਕਿ ਉਹਨਾਂ ਨੂੰ ਮਿਲ ਜਾਂਦਾ ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲਦੇ ਵੈਲਕਮ ਹੈ ਜੀ ਡਾਕਟਰ ਸਾਹਿਬ
गगन बोल रहा कवंट्री टू। हाँ जी गगन जी, की कहना चाहोगे? शुरुआत इतों आप करते हैं कि पहली गल ये करी है कि पढ़ तो कोई आउंदा ही नहीं है, बिल्कुल नहीं होता, बिल्कुल नहीं होता। यस यस ये यस। सब ड्रामेबाजी है। हाँ हाँ। देखो मैं ना आप खुद इंडिया के 2 मास्टर डिग्री करके इतने आया सी, और मैं आके सीनियर मैनेजर की पोस्ट तक पहुंचा। वो इंडिया की पढ़ाई के नाल पहुंचा सी, मैं इत्थे की पढ़ाई के नाल नहीं पहुंचा सी। इंग्लिश भी इंडिया में सीखी सी, आप इत्थे आके उन्हें यूज किया प्रॉपर। हाँ जी हाँ जी। और मैं ये गल मानता हाँ कि इंडिया की पढ़ाई इतने नाल 1000 गुना बेटर है, और वो 1000 गुना मतलब सस्ती है। उत्ते स्कूलों में मास्टर तुहानू किदां पढ़ाउंदे आ, फिर कॉलेजां विच कितनी सख्ती हैगी आ। जिहने पढ़ना वो इत्थे आउंदा ही नहीं फिर। हाँ जी हाँ जी, बिल्कुल बिल्कुल बिल्कुल। ਜਿਹੜੇ ਇੱਥੇ ਇਹ ਕੰਮ ਮੁੰਡੇ ਕਰਦੇ ਜਾਂ ਕੁੜੀਆਂ ਕਰਦੇ ਉਹ ਬਿਲਕੁਲ ਅਨਐਕਸੈਪਟੇਬਲ ਹੈ। ਬਿਲਕੁਲ ਬਿਲकुल। ਉਹ ਆਪਣੇ ਨਾਲ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਦੀ ਇੱਛਾ ਹੁੰਦੀ ਹੈ ਉਹਨੂੰ ਪ੍ਰੋਪਰਲੀ ਜ਼ਾਹਰ ਕਰਦੇ ਤੇ ਅਸੀਂ ਆਹ ਕਰਨਾ ਹੈ ਸੀ। हाँ जी हाँ जी। ਉਹ ਆਪ ਸ਼ੋਅ ਕਰਦੇ ਕਿ ਅਸੀਂ ਪੜ੍ਹ ਨਹੀਂ ਆਏ ਸੀ। ਇਹਦੇ ਚੱਕਰ ਜਿੱਦਾਂ ਮੈਂ ਪਹਿਲੀ ਇੰਨੀ ਵਾਰੀ ਹਰ ਵਾਰੀ ਇਹ ਗੱਲ ਕਹਿੰਦਾ ਕਿ ਹਰ ਚੀਜ਼ ਦਾ ਅਸੀਂ ਨਾ ਬਿਜ਼ਨਸ ਬਣਾਇਆ ਡਾਕਟਰ ਸਾਹਿਬ, हर चीज का बिजनेस बनाया होया है। बिल्कुल 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 बिल्कुल। और सब तो पहले इस कम पंजाबी है, मैंने शर्म आती है कई बार अपने आप को पंजाबी कहते नहीं होगी। हाँ जी हाँ जी। तो मेरे ख्याल के नाल ना ये गल्लां ਜਿਹੜੀਆਂ ਕਰਨੀਆਂ ਚਾਹੀਦੀਆਂ ਇਹ ਕਰਦੇ ਨਹੀਂ ਅਸੀਂ, ਇਹ ਕਰਨੇ ਜ਼ਰੂਰੀ ਆ। ओके जी गगन जी बहुत मेहरबानी। ये तो असी जी गगनदीप होनी कवेंट्री तो तुसी भी जिहड़ा हैगा सानू टैलीफोन कॉल करके अपने विचार साडे नाल साझे कर सकते ताकि आपां इस मसले ते एक संवाद रचा सकीए। तो जोड़ा है जो तुहाडा कोई अपना तजर्बा है, तुसीं किसी नूं जाणदे हैगे आ जां तुहाडा कदी कोई वास्ता पिया, तुहाडा कोई दोस्त मित्र, तुहाडा कोई रिश्तेदार जोड़ा है जां वैसे ही तुसीं। हैलो जी कौन तो जी, कित्थों बोलते? वेलकम है जी। ਅਸੀਂ ਜੀ ਕੁਆਂਟਰੀ ਤੋਂ ਬੋਲਦੇ ਆ। हाँ जी हाँ जी, की कहना चाहोगे जी? ਇਹੋ ਆ ਵੀ ਜਿਹੜੇ ਲੜਕੀਆਂ ਵਾਸਤੇ ਦੱਸਦੇ ਆ ਵੀ ਇੰਗਲੈਂਡ 'ਚ ਜਾਂ ਅਮਰੀਕਾ ਜਾਂ ਕੈਨੇਡਾ 'ਚ ਨਹੀਂ ਭੇਜਣੀਆਂ ਚਾਹੀਦੀਆਂ ਵੀ ਏਦਾਂ ਲੜਕੀਆਂ ਦੇ ਨਾਲ ਹੁੰਦੀ ਆ। ਪਹਿਲਾਂ ਤਾਂ ਗੱਲ ਇਹ ਵੀ ਮਾਂ ਪਿਓ ਨੂੰ ਚਾਹੀਦਾ ਵੀ ਪੈਸੇ ਦੇ ਲਾਲਚ ਨੂੰ ਕੀ ਲੜਕੀਆਂ ਦੀ ਕਮਾਈ ਉਹਨੇ ਖਾਣੀ ਆ। ਤਾਂ ਲੜਕਿਆਂ ਦੀ ਤਾਂ ਮੰਨਿਆ ਵੀ ਮਤਲਬ ਲੜਕਾ ਆਪਣੇ ਮਾਂ ਪਿਓ ਨੂੰ ਕਮਾ ਕੇ ਪਾਊਗਾ ਹੈ ਨਾ। ਲੜਕੀ ਜਦੋਂ ਗਾਂਹ ਚੱਲ ਜਾਂਦੀ ਹੈ ਉਹ ਥੋੜ੍ਹਾ ਆਪਣੇ ਮਾਂ ਪਿਓ ਨੂੰ ਪਾ ਸਕਦੀ ਹੈ ਮੰਨੀ। बिल्कुल है ना, ये माँ प्यो की भी गलती है तो नियाणियां की भी गलती जेडे बाहर नूं नੱਠਦੇ आ। जे जिन्ना पैसा वो बाहर नूं ना खर्च के नੱਠਦੇ आ ਉਹ मतलब अपना उत्थे कोई बिजनेस खोल लैण माड़ा मोटा। बड़ा सोहणे लोकां दे चलदे ही आ बिजनेस। हाँ जी हाँ जी। है ना, बाहर दा भूत पता नहीं काहते लगा है कुड़ियां नूं भी ते मुंडियां नूं भी। ते माँ प्यो भी उदां दे जदों ते कुड़ियां बाहर आके गलत काम करदियां फिर मापे इदां कहंदे आ है ना। ते हुण उन्हां कोल कोई चांस हुंदा नहींगा, उदों उदां ही आउंदियां आ पढ़न वास्ते आउंदियां जां किद्दां आउंदियां है ना। हाँ जी हाँ जी। ते ਇਹੋ ਗੱਲ ਹੈ ਵੀ ਮਾਂ ਪਿਓ ਨੂੰ ਵੀ ਥੋੜਾ ਚਾਹੀਦਾ ਆ। ਫਿਰ ਤੁਸੀਂ ਕਾਹਤੇ ਸ਼ਰਮ ਮੰਨਦੇ ਜਾਂ ਤੁਸੀਂ ਐਸੇ ਬਦਲੇ ਆਪਣੇ मतलब कुड़ी नूं भेजना ते मुंडे नूं भेजना, फिर नहीं शर्म मननी चाहिदी। ओके भैन जी, थैंक यू जी, थैंक यू भैन जी। ये तो असीं जी भैन जी होनी कवेंट्री तो ते तुसीं भी जानी कि टैलीफोन कॉल जिहड़ा करके साडे नाल संवाद रचा सकदे आ। जिस तरह मैं गल की है, बहुत सारे जिहड़े विद्यार्थी ते विद्यार्थियां इंडिया तो यानी कि इत्थे पढ़न आउंदे है अपने सिर्फ बरतानिया विच। हैलो जी कौन तो जी, कित्थों बोलते हैं? वेलकम जी। हेलो डॉक्टर नमस्कार जी, जय भीम ते जय भारत जी। जय भीम ते जय भारत। हाँ जी, की कहना चाहोगे? देखो जी जेड़ा ना एजुकेशन सिस्टम है ना भारत का, हाँ वो इस वेले अज तो 2000 साल पहला इंडिया दे विच भारत दे विच 18 यूनिवर्सिटियां सी दुनिया दी टॉप दियां। लोग उत्थे पढ़न बाहरों जांदे सी लोग, इन्ने 10,000 किते ना स्टूडेंट सीगे कली कली यूनिवर्सिटी दे विच। ये जेड़े भी इन्वेडर गए है ना और उन्होंने ये भारत की जिहड़ी एजुकेशन दा सिस्टम सी है ना उत्थे दी राजनीति दा सारा सत्यानाश कीता। उस तो बाद जिन्ने भी हुण अजकल दी सिचुएशन लै लो, उस तो बाद जिहड़ा भारत दा जिहड़ा स्तर है थले तो थले आंदा गया। ते हुण अजकल जिहड़े स्टूडेंट्स की हालत है ना, देखो ना तो भारत दे विच कोई एजुकेशन का किते कोई स्टैंडर्ड है। अगर स्टैंडर्ड हैगा होएगा कोई पढ़ लिख जाता, ना तो उन्होंने कोई नौकरी है ते ना कोई वैलफेयर सिस्टम है उत्थे
ਹਾਂਜੀ ਇਸੇ ਕਰਕੇ ਜਿਹੜੇ ਪੜ੍ਹੇ ਲਿਖੇ ਲੋਕ ਆ ਨਾ ਇਸ ਵੇਲੇ ਮਲਾਈ ਆ ਜਿਹੜੀ ਉਹ ਭਾਰਤ ਦੀ ਬਾਹਰ ਨਿਕਲ ਰਹੀ ਆ। ਉਹ ਕਿਉਂ ਨਿਕਲ ਰਹੀ ਆ? ਕਿਉਂਕਿ ਭਾਰਤ ਦੇ ਵਿੱਚ ਉਹਨਾਂ ਦੀ ਕਦਰ ਕੋਈ ਨਹੀਂ ਹੈ ਤੇ ਉੱਥੇ ਇੱਕ ਸਿਸਟਮ ਕੋਈ ਨਹੀਂ ਹੈ ਭਾਰਤ। ਇਸੇ ਕਰਕੇ ਦੇਖੋ ਅੱਜ ਕੱਲ ਜਿਹੜਾ ਕਿ ਆਈਲੈਟ ਹਰੇਕ ਬੰਦਾ ਲਈ ਫਿਰਦਾ, ਮੁੰਡਾ ਹੋਈ ਕੁੜੀ ਹੋਈ ਸਾਰੇ ਆਈਲੈਟ ਫਿਰਦੇ ਆ। ਜੇ ਕੁੜੀ ਨੇ ਆਈਲੈਟ ਕੀਤੀ ਹੈ ਤਾਂ ਮੁੰਡੇ ਵਾਲਿਆਂ ਤੋਂ 15 ਤੋਂ 20 ਲੱਖ ਰੁਪਈਆ ਲੈ ਕੇ ਤਾਂ ਮੁੰਡੇ ਨੂੰ ਨਾਲ ਭੇਜਦੇ ਆ। ਹੁਣ ਦੇਖੋ ਇਹ ਤਾਂ ਇੱਕ ਬਿਜ਼ਨਸ ਬਣ ਗਿਆ ਜਿਹੜੀ ਇੱਥੇ ਕਿਤੇ ਨਾ ਇਹ ਜਿਹੜੀ ਐਜੂਕੇਸ਼ਨ ਨਹੀਂ ਰਹਿ ਗਈ। ਜਿਹੜੇ ਬਾਹਰ ਵੀ ਆਉਂਦੇ ਆ ਉਹ ਐਜੂਕੇਸ਼ਨ ਲੈਣ ਨਹੀਂ ਆਉਂਦੇ, ਉਹ ਤਾਂ ਬਿਜ਼ਨਸ ਹੈ ਇੱਕ ਕਿਸਮ। ਬਿਲਕੁਲ। ਔਰ ਇੱਥੇ ਆ ਕੇ ਲੜਕੀਆਂ ਜਿਹੜੀਆਂ ਨਾ ਉਹ ਆਪਣੇ ਮਤਲਬ ਉਹਨਾਂ ਦਾ ਬੇਇੱਜ਼ਤੀ ਵੀ ਹੁੰਦੀ ਆ। ਔਰ ਜਿਹੜੇ ਬੱਚੇ ਆ ਉਹ ਇੱਥੇ ਆ ਕੇ ਡਰੱਗ, ਹੁਣ ਲਾਸਟ ਵੀਕ ਇੱਥੇ ਇੱਕ ਬੱਚੇ ਨੇ ਸਾਊਥਹਾਲ ਦੇ ਵਿੱਚ ਸੁਸਾਈਡ ਕੀਤਾ। ਕਿਉਂ ਕੀਤਾ ਉਹਨੇ? ਕਿਹਦਾ ਮਤਲਬ ਹੈ ਕਿ ਅਗਰ ਉਹੀ ਲੜਕਾ ਇੰਡੀਆ ਦੇ ਵਿੱਚ ਉਹਦੀ ਕਦਰ ਹੁੰਦੀ ਤਾਂ ਇੱਥੇ ਕਿਉਂ ਆਉਂਦਾ? ਉਹ 4 ਲੜਕੀਆਂ ਦਾ ਇੱਕੋ ਹੀ ਭਰਾ ਸੀਗਾ ਤੇ ਉਸਨੇ ਕਿਸੇ ਪਤਾ ਨਹੀਂ ਕਿਹੜੀ ਮਤਲਬ ਮੁਸੀਬਤ ਦੇ ਵਿੱਚ ਉਹ ਇਹੋ ਜਿਹਾ ਸਟੈਪ ਲਿਆ। ਕਿਉਂਕਿ ਪਹਿਲੀ ਤਾਂ ਗੱਲ ਹੈ ਨਾ ਕਿ ਭਾਰਤ ਗੌਰਮੈਂਟ ਨੂੰ ਚਾਹੀਦਾ ਕਿ ਉੱਥੇ ਬੱਚੇ ਜਿਹੜੇ ਆ ਨਾ ਉਹਨਾਂ ਲਈ ਸਹੂਲਤਾਂ ਦੇਣ। ਪਹਿਲੀ ਤਾਂ ਗੱਲ ਹੈ ਜੇ ਅਗਰ ਕਿਸੇ ਨੇ ਡਾਕਟਰ ਬਣਨਾ ਹੋਵੇ 50 ਲੱਖ ਰੁਪਏ ਤੋਂ ਘੱਟ ਉੱਥੇ ਡਾਕਟਰ ਨਹੀਂ ਬਣ ਸਕਦਾ, ਐਡਮਿਸ਼ਨ ਨਹੀਂ ਮਿਲਦੀ। ਤੁਸੀਂ ਦੱਸੋ ਵੀ ਇੱਕ ਗਰੀਬ ਆਦਮੀ ਜਿਹੜਾ ਹੋਣਹਾਰ ਵਿਦਿਆਰਥੀ ਆ ਉਹ 50 ਲੱਖ ਰੁਪਇਆ ਕਿੱਥੋਂ ਖਰਚ ਕੇ ਤਾਂ ਉਹ ਡਾਕਟਰ ਜਾਂ ਹੋਰ ਬੜੀਆਂ ਨੌਕਰੀਆਂ ਲੈ ਸਕਦਾ। ਜਿਹੜਾ ਭਾਰਤ ਦਾ ਸਿਸਟਮ ਹੈ ਨਾ ਉਹ ਇਸ ਵੇਲੇ ਟੋਟਲੀ ਨਿਲ ਹੋ ਰਿਹਾ। ਇਸੇ ਕਰਕੇ ਸਾਡੇ ਜਿਹੜੇ ਭਾਰਤ ਦਾ ਨੌਜਵਾਨ ਤਬਕਾ ਨਾ ਉਹ ਬਾਹਰ ਜਾ ਕੇ ਧੱਕੇ ਖਾ ਰਿਹਾ ਤੇ ਇਹਨਾਂ ਕੰਟਰੀਆਂ ਦੇ ਵਿੱਚ ਚਲੋ ਕਿਤੇ ਨਾ 100 ਦੇ ਵਿੱਚੋਂ ਕਿਤੇ ਨਾ 25-30% ਜਿਹੜੇ ਲੋਕ ਬੱਚੇ ਸਕਸੈਸ ਹੋ ਜਾਂਦੇ ਆ। ਲੇਕਿਨ ਇਹ ਜਿਹੜੀ ਪੜ੍ਹਾਈ ਹੈ ਨਾ ਇੱਥੇ ਇਸ ਵੇਲੇ ਇਹਨਾਂ ਕੰਟਰੀਆਂ 'ਚ ਇਹਨਾਂ ਦਾ ਸਟੈਂਡਰਡ ਹਾਈ ਆ। ਲੇਕਿਨ ਅਗਰ ਇੱਥੋਂ ਪੜ੍ਹ ਕੇ ਉੱਥੇ ਭਾਰਤ ਜਾਵੇ ਫਿਰ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਫਿਰ ਸਾਡੇ ਬੱਚੇ ਕੀ ਕਰਨ? ਹੈ ਕਿ ਨਹੀਂ? ਇਸ ਕਰਕੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੈ ਇੱਥੇ ਆਉਣ ਦੀ। ਲੋਕ ਉੱਥੇ ਤਾਂ ਕਿਤੇ ਨਾ ਲੋਕ 50-50 ਲੱਖ ਰੁਪਈਆ ਦੇ ਕੇ ਬਾਹਰ ਨੂੰ ਦੌੜਦੇ। ਕਿਉਂ? ਕਿਉਂਕਿ ਭਾਰਤ ਦੇ ਵਿੱਚ ਸਾਡੀ ਕੋਈ ਕਦਰ ਨਹੀਂ, ਬੱਚਿਆਂ ਦੀ ਕਦਰ ਨਹੀਂ, ਜਿਹੜੇ ਪੜ੍ਹੇ ਲਿਖੇ ਉਹਨਾਂ ਦੀ ਕੋਈ ਕਦਰ ਨਹੀਂ, ਇਨਸਾਨੀਅਤ ਦੀ ਕਦਰ ਤਾਂ ਹੈ ਹੀ ਨਹੀਂ। ਹੁਣ ਭਾਰਤ ਦੇ ਜਿਹੜੇ ਸਟੂਡੈਂਟ ਕੋਈ ਅਮਰੀਕਾ ਕੋਈ ਕੈਨੇਡਾ ਕੋਈ ਕਿਤੇ ਨਿਊਜ਼ੀਲੈਂਡ ਧੱਕੇ ਖਾਂਦੇ ਫਿਰਦੇ ਆ। ਅਸੀਂ ਸਾਰੇ ਦੇਖਦੇ, ਤੁਸੀਂ ਵੀ ਦੇਖਦੇ ਹੋ। ਸਾਡੀ ਗੌਰਮੈਂਟਾਂ ਦਾ ਜਿਹੜਾ ਕਸੂਰ ਆ ਤੇ ਅਗਰ ਗੌਰਮੈਂਟਾਂ ਸਾਡੀਆਂ ਬੱਚਿਆਂ ਦਾ ਕਦਰ ਕਰਨ ਉੱਥੇ ਤੇ ਬੱਚਿਆਂ ਨੂੰ ਬਾਹਰ ਧੱਕੇ ਖਾਣ ਦੀ ਕੋਈ ਜ਼ਰੂਰਤ ਨਹੀਂ ਹੈ। ਓਕੇ, ਥੈਂਕ ਯੂ ਮਾਨ ਸਾਹਿਬ। ਇਹ ਤਾਂ ਸੀ ਜੀ ਪ੍ਰੇਮ ਮਾਨ ਹੁਣੀ ਲੰਡਨ ਤੋਂ ਤੇ ਤੁਸੀਂ ਵੀ ਸਾਡਾ ਜਿਹੜਾ ਹੈਗਾ ਸੰਵਾਦ ਰਚਾ ਸਕਦੇ ਆ ਕਿਉਂਕਿ ਮਸਲਾ ਕਾਫੀ ਗੰਭੀਰ ਹੈਗਾ। ਸਿਰਫ ਇਹ ਬਰਤਾਨੀਆ ਦਾ ਮਸਲਾ ਨਹੀਂ ਹੈ, ਕੈਨੇਡਾ ਅਮਰੀਕਾ ਵਿੱਚ ਵੀ ਬਹੁਤ ਸਾਰੇ ਵਿਦਿਆਰਥੀ ਜਿਹੜੇ ਪੜ੍ਹਨ ਜਾਂਦੇ ਹੈ। ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਹੋਰ ਯੂਰਪ ਦੇ ਕੰਟਰੀਆਂ ਵਿੱਚ ਵੀ ਬਹੁਤ ਸਾਰੇ ਜਿਹੜੇ ਵਿਦਿਆਰਥੀ ਹੈਗੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਜੀ, ਗੁੱਡ ਈਵਨਿੰਗ। ਮੈਂ ਡਾਕਟਰ ਹਰੀਸ਼ ਮਲਹੋਤਰਾ। ਹਾਂਜੀ। ਤੇ ਅੱਜ ਦੇ ਟੌਪਿਕ ਬਾਰੇ ਮੈਂ ਕਹਿਣਾ ਸੀ। ਹਾਂਜੀ। ਉਹ ਤਾਂ ਐਵੇਂ ਉੱਥੇ ਇੰਡੀਆ ਦੇ ਵਿੱਚ ਜਿਹਨਾਂ ਬੱਚਿਆਂ ਨੇ ਆਉਣਾ ਹੁੰਦਾ ਉਹ ਮਾਂ-ਬਾਪ ਵੀ ਲਾਲਚ ਦੇ ਨਾਲ ਉਹਨਾਂ ਨੂੰ ਇੱਧਰ ਭੇਜ ਦਿੰਦੇ ਆ ਵੀ ਚੱਲ ਇੱਕ ਜਿਹੜਾ ਖੇਤ ਵੇਚ ਕੇ ਤੈਨੂੰ ਬਾਹਰ ਭੇਜ ਦਿੰਦੇ, ਫਿਰ ਅਸੀਂ ਕਿਹੜੇ ਕਿੰਨੇ ਖੇਤ ਲੈ ਲੈਣੇ ਆ। ਹਾਂਜੀ। ਉੱਥੇ ਜਾ ਕੇ ਇੱਥੇ ਪੜ੍ਹਦਾ ਕੌਣ ਹੈ? ਇੱਥੇ ਤਾਂ ਇਹਨਾਂ ਨੇ ਕੰਮ ਵਾਸਤੇ ਆਉਣਾ ਹੁੰਦਾ ਆ। ਕੰਮ ਇਹਨਾਂ ਨੇ ਕਰੀ ਜਾਣਾ ਤੇ ਉੱਥੇ ਵੀ ਜਿਹੜੇ ਏਜੰਟਸ ਹੈਗੇ ਆ ਉਹ ਵੀ ਪੈਸੇ ਦੇ ਲਾਲਚ ਦੇ ਵਿੱਚ ਪੈਸੇ ਲੈਣ ਦੇ ਮਾਰੇ ਕਹਿੰਦੇ ਚਲੋ ਜੀ ਤੁਹਾਡਾ ਮੁੰਡਾ ਬਾਹਰ ਭੇਜ ਦਿੰਦੇ, ਉੱਥੇ ਜਾ ਕੇ ਪੜੂਗਾ। ਕੋਈ ਨਹੀਂ ਪੜ੍ਹਦਾ ਇੱਥੇ ਆਣ ਕੇ, ਬਹੁਤ ਘੱਟ। ਮੈਂ ਕਹਿੰਦੀ ਆ ਵੀ 90% ਲੋਕ ਜਿਹੜੇ ਹੈਗੇ ਮੁੰਡੇ ਪੜ੍ਹਦੇ ਹੋਣਗੇ ਬਈ, ਬਾਕੀ ਜਿਹੜੇ ਹੈਗੇ ਉਹ ਤਾਂ ਸਾਰੇ ਕੰਮ ਹੀ ਕਰਦੇ ਆ। ਕੰਮ ਕਰਦੇ ਆ ਤੇ ਰਾਤ ਨੂੰ ਰੋਟੀ ਜਿਹੜੀ ਹੈਗੀ ਗੁਰਦੁਆਰਿਆਂ ਤੋਂ ਲਿਆਣ ਕੇ ਚੱਲ ਉਹ ਖਾ ਲੈਂਦੇ ਆ। ਹੁਣ ਜਿੱਥੇ ਰਹਿੰਦੇ ਉਹ ਕਿਰਾਇਆ ਤਾਂ ਦੇਣਾ ਹੀ ਪੈਣਾ ਤੇ ਬਾਕੀ ਦਾ ਪੈਸਾ ਜਿਹੜਾ ਸਾਰਾ ਇੰਡੀਆ ਹੀ ਜਾਂਦਾ। ਫਿਰ ਕਈ ਤਰ੍ਹਾਂ ਦੀਆਂ ਹੇਰਾ ਫੇਰੀਆਂ ਵੀ ਕਰਦੇ ਹੈ ਇੱਥੇ ਬੈਂਕਾਂ ਨਾਲ ਵੀ ਤੇ ਬਹੁਤ ਹੇਰਾ ਫੇਰੀਆਂ। ਜਿੱਥੇ ਵੀ ਜਾ ਕੇ ਕਿਸੇ ਦੇ ਘਰ ਰਹਿੰਦੇ ਆ ਉਹਨਾਂ ਦਾ ਐਡਰੈਸ ਯੂਜ਼ ਕਰਕੇ ਕਦੀ ਲੈਪਟਾਪ ਮੰਗਾ ਲਿਆ, ਕਦੀ ਉਹਨਾਂ ਨੇ ਟੈਲੀਫੋਨ ਮੰਗਾ ਲਿਆ। ਉਹ ਫਿਰ ਜਿਹੜੇ ਹੈਗੇ ਉਹਨਾਂ ਨੂੰ ਚਿੱਠੀਆਂ ਬਾਅਦ ਦੇ ਵਿੱਚ ਆਉਂਦੀਆਂ ਲੋਕਾਂ ਨੂੰ। ਬਿਲਕੁਲ, ਇਹ ਬਹੁਤ ਲੋਕਾਂ ਦੇ ਨਾਲ ਫਰਾਡ ਹੋ ਰਿਹਾ ਆ ਕਿਉਂਕਿ ਸਾਡੇ ਫੇਰ ਵੀ ਜਿਹੜੇ ਇੰਡੀਆ ਦੇ ਲੋਕ ਹੈਗੇ ਇਹ ਕਦੀ ਸੁਧਰ ਸਕਦੇ ਹੀ ਨਹੀਂ। ਚੋਰੀ ਕਰਨੀ ਇਹਨਾਂ ਨੇ, ਇਹਨਾਂ ਦਾ ਤਾਂ ਕਰਨੀ ਚੋਰੀ ਹੈ, ਜਿੱਦਾਂ ਮਰਜ਼ੀ ਕਿਸੇ ਨਾਲ ਦਗਾ ਕਰਨਾ। ਹੁਣ ਸਾਰੇ ਲੋਕ ਇੰਨੀ ਦੇਰ ਦੇ ਆਏ, ਉਹ ਕਹਿੰਦੇ ਵੀ ਇਹ ਬਣ ਗਿਆ, ਅਸੀਂ ਵੀ ਹੁਣ ਛੇਤੀ ਬਣ ਜਾਈਏ, ਅਸੀਂ ਮਿਲੀਅਨੇਰ ਹੋ ਜਾਈਏ। ਇਹ ਬੇਈਮਾਨੀ ਜਿਹੜੀ ਆ ਉਹ ਤੁਸੀਂ ਕਿਸੇ ਦੇ ਨਾਲ ਧੋਖਾ ਕਰਦੇ ਆ। ਇਹ ਬੇਈਮਾਨੀ ਖੂਨ ਵਿੱਚ ਹੈ, ਇਹ ਹੈ ਹੀ ਖੂਨ ਦੇ ਵਿੱਚ। ਇਹ ਬੇਈਮਾਨੀ ਹੈ ਹੀ ਖੂਨ ਦੇ ਵਿੱਚ। ਪਹਿਲੋਂ ਇਹ ਧਾਰ ਕੇ ਹੀ ਆਉਂਦੇ ਵੀ ਅਸੀਂ ਏਦਾਂ ਕਰਨਾ ਆ। ਫਿਰ ਜਦੋਂ ਉਹਨਾਂ ਦਾ ਟਾਈਮ ਹੋ ਜਾਂਦਾ ਜਾਣ ਦਾ, ਉਹ ਫਿਰ ਜਾ ਕਿਸੇ ਗੋਰੀ ਦੇ ਨਾਲ
ਜਾਂ ਕਿਸੇ ਆਪਣੇ ਯੂਰਪੀਅਨ ਦੇ ਨਾਲ ਚਲ ਵਿਆਹ ਕਰਾ ਕੇ ਫਿਰ ਇੱਥੇ ਪੱਕੇ ਹੋ ਜਾਂਦੇ ਆ। ਇਹ ਕੁਝ ਹੀ ਹੁੰਦਾ ਇੱਥੇ, ਪਤਾ ਹੀ ਆ ਉਹ ਤਾਂ ਕੋਈ। ਫਿਰ ਇਹ ਤੋਂ ਬਿਨਾਂ ਇੱਥੇ ਆਣ ਕੇ ਕਈ ਕੇਸਿਸ ਵੀ ਇਹੋ ਜਿਹਾ ਹੋਇਆ ਜਿੱਥੇ ਇਹਨਾਂ ਨੇ ਗੋਰੀਆਂ ਨੂੰ ਛੇੜਿਆ ਛਾੜਿਆ। ਆਸਟ੍ਰੇਲੀਆ ਵਿੱਚ ਵੀ ਇਹਨਾਂ ਦੇ ਛਿੱਤਰ ਪਏ ਕਾਫੀ ਉੱਥੇ। ਉਹ ਤਾਂ ਫਿਰ ਪੈਣੇ ਹੀ ਪੈਣੇ, ਕਿਉਂਕਿ ਇਹ ਤਾਂ ਛੇੜਨ ਦੀ ਜਿਹੜੀ ਆਦਤ ਇਹਨਾਂ ਤਾਂ ਕੋਈ ਜਾਣੀ ਹੀ ਨਹੀਂ। ਕਿਉਂਕਿ ਫਿਰ ਉਹ ਤਾਂ ਜਮਾਂਦਰੂ ਆ ਨਾ, ਉਹ ਜਮਾਂਦਰੂ ਆ। ਇੰਡੀਆ ਦੇ ਵਿੱਚ ਵੀ ਇਹ ਕੁਛ ਹੀ ਕਰਨਾ, ਤਾਂ ਫਿਰ ਇੱਥੇ ਆ ਕੇ ਵੀ ਉਹ ਕਹਿੰਦੇ ਵੀ ਉਹ ਚੱਲ ਬਈ ਉਹ ਜਿੱਦਾਂ ਵੀ ਸਟੋਰਾਂ ਦੇ ਵਿੱਚ ਜਾ ਵੜਦੇ ਆ। ਮੈਂ ਤਾਂ ਜੀ ਮੈਂ ਤਾਂ ਪੀਣੀ ਆ ਸ਼ਰਾਬ, ਮੈਨੂੰ ਸ਼ਰਾਬ ਦਿਓ ਵੀ, ਜਿੱਦਾਂ ਵੀ ਤੂੰ ਸਹੁਰੇ ਆਇਆ ਵੀ ਤੈਨੂੰ ਸ਼ਰਾਬ ਦੇਈਏ ਚੱਕ ਕੇ ਪਈ ਦੀ। ਇਹ ਲੋਕ ਇਹ ਕੁਛ ਕਰਦੇ ਆ। ਬਹੁਤ ਦੁਨੀਆ ਖਰਾਬ ਆ। ਇਹ ਤਾਂ ਅੱਜ ਕੱਲ ਤਾਂ ਇਹ ਪਤਾ ਨਹੀਂ ਬ੍ਰਿਟਿਸ਼ ਗਵਰਨਮੈਂਟ ਕਾਹ ਤੋਂ ਵੀਜ਼ਾ ਦੇਈ ਜਾਂਦੀ ਹੈ ਨਾ ਸਾਰਿਆਂ ਨੂੰ ਵੀ ਤੁਸੀਂ ਆ ਜਾਓ, ਤੇ ਜਾਂ ਫਿਰ ਕੈਨੇਡਾ ਚ, ਨਹੀਂ ਤਾਂ ਫਿਰ ਆਪਣੇ ਆਸਟ੍ਰੇਲੀਆ ਚ ਜਾਂ ਇੱਥੇ ਸਾਰੇ ਪਾਸੇ ਤੁਰੇ ਫਿਰਦੇ ਆ ਇਹ ਜਿੰਨੇ ਵੀ। ਬਿਲਕੁਲ ਵੀ ਦੇਖ ਲਓ ਸਟੂਡੈਂਟ ਤੁਰੇ ਫਿਰਦੇ ਆ। ਓਕੇ, ਥੈਂਕ ਯੂ ਚਾਂਦ ਜੀ। ਓਕੇ ਜੀ, ਓਕੇ, ਬਹੁਤ ਮਿਹਰਬਾਨੀ। ਇਹ ਤਾਂ ਸੀ ਚਾਂਦ ਹੁਣੀ ਲੰਡਨ ਤੋਂ। ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ, ਕਿਉਂਕਿ ਮਸਲਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀਗੀ ਇਹ ਕਾਫੀ ਜ਼ਿਆਦਾ ਬਦਨਾਮੀ ਦਾ ਵੀ ਹੈ। ਬਹੁਤ ਸਾਰੇ ਜਿਹੜੇ ਵਿਦਿਆਰਥੀ ਹੈਗੇ ਆ ਉਹ ਇੱਥੇ ਜਦੋਂ ਆਉਂਦੇ ਹੈਗੇ ਕੈਨੇਡਾ ਵਿੱਚ, ਜਾਣੀ ਕਿ ਜਾਂ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਜੀ। ਮੈਂ ਸ਼ਾਂਤ ਜੀ ਕੈਨੇਡਾ ਤੋਂ ਬੋਲਦੀ ਹਾਂ ਜੀ। ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਤੇ ਬਹੁਤ ਸੋਹਣਾ ਟੌਪਿਕ ਹੈ। ਹਾਂਜੀ ਹਾਂਜੀ, ਇਹ ਸਟੂਡੈਂਟ ਤਾਂ ਮੈਨੂੰ ਲੱਗਦਾ ਨਿਊਜ਼ੀਲੈਂਡ ਵਗੈਰਾ ਤੋਂ ਸ਼ੁਰੂ ਹੋਏ ਸੀ। ਸਾਡੇ ਕੈਨੇਡਾ ਦੇ ਵਿੱਚ ਵੀ ਜਾਂ ਸਾਰੇ ਵਰਲਡ ਦੇ ਵਿੱਚ ਸਟੂਡੈਂਟ ਆ ਰਹੇ ਆ ਫੋਰਨ ਕੰਟਰੀਜ਼। ਹਾਂਜੀ, ਜਿਵੇਂ ਹਰ ਇੱਕ ਦੀ ਇੰਡੀਆ ਜਦੋਂ ਅਸੀਂ ਵੀ ਸੀ, ਸਾਡੀ ਥੋੜੀ ਜਿਹੀ ਖਾਸ਼ ਹੁੰਦੀ ਸੀ ਵੀ ਅਸੀਂ ਵੀ ਬਾਹਰਲੇ ਮੁਲਕਾਂ 'ਚ ਜਾਈਏ। ਹਾਂਜੀ, ਹੁਣ ਜਿਹੜੀ ਅੱਜ ਕੱਲ ਦੀ ਪੋਜੀਸ਼ਨ ਹੋਈ ਆ ਸਟੂਡੈਂਟ ਦੀ, ਸਾਡੇ ਸਰੀ ਦੇ ਵਿੱਚ ਹੀ 100,000 ਸਟੂਡੈਂਟ ਰਹਿ ਰਿਹਾ ਆ। ਅੱਛਾ, ਜਦੋਂ ਕਿ ਸਾਡੀਆਂ ਸੜਕਾਂ ਵੀ ਉੱਡੀਆਂ ਆ, ਸਾਡੇ ਹਸਪੀਟਲ, ਸਾਡੇ ਸਕੂਲ, ਸਾਡੇ ਕਾਲਜ, ਯੂਨੀਵਰਸਿਟੀਆਂ, ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ, ਪਰ ਉਹਨਾਂ ਤੋਂ ਸਟੂਡੈਂਟ ਤੋਂ 3 ਗੁਣਾ ਜ਼ਿਆਦਾ ਫੀਸ ਲੈਂਦੇ ਆ। ਇਹਨਾਂ ਨੂੰ ਬਹੁਤ ਰੈਵਨਿਊ ਹੁੰਦਾ ਹੈ ਗਵਰਨਮੈਂਟ ਨੂੰ, ਇਸ ਕਰਕੇ ਸਟੂਡੈਂਟਾਂ ਨੂੰ ਮੰਗਾ ਰਹੇ ਆ। ਸਾਡੇ ਹੋਰ ਵੀ ਬਹੁਤ ਵੇਟ ਕਰ ਰਹੇ ਆ ਹਾਲੇ ਸਟੂਡੈਂਟ। ਜਦੋਂ ਸਾਡੇ ਸਟੂਡੈਂਟ ਆਉਂਦੇ ਆ, ਇਹਨਾਂ ਨੂੰ ਤਿੱਗਣੀ ਫੀਸ ਸਕੂਲ ਦੇ ਵਿੱਚ ਦੇਣੀ ਪੈਂਦੀ ਆ, ਜਾਂ ਕਾਲਜ ਯੂਨੀਵਰਸਿਟੀ ਵਿੱਚ। ਸਾਡੇ ਬੱਚੇ ਜੇ 1000 ਦਿੰਦੇ, ਇਹਨਾਂ ਨੂੰ 3000 ਜਾਂ $4000 ਦੇਣਾ ਪੈਂਦਾ। ਇੱਥੇ ਸਾਡੇ ਤਾਂ 9 ਗੁਣਾ 10 ਗੁਣਾ ਜ਼ਿਆਦਾ ਹੈ। ਹਾਂਜੀ, ਪਹਿਲੀ ਗੱਲ ਤਾਂ ਐਕਸਪਲੋਇਟੇਸ਼ਨ ਇਹ ਗਵਰਨਮੈਂਟ ਕਰਦੀ ਆ ਸਟੂਡੈਂਟ ਦੀ। ਦੂਜੀ, ਜਦੋਂ ਇਹ ਇਹਨਾਂ ਨੂੰ ਵਰਕ ਪਰਮਿਟ ਮਿਲਦਾ, ਜਿੱਥੋਂ ਇੱਕ ਵਰਕ ਪਰਮਿਟ ਚ ਸਪੋਜ਼ ਮੇਰਾ ਕੋਈ ਬਿਜ਼ਨਸ ਹੈ, ਮੈਂ ਇਹਨੂੰ ਹਾਇਰ ਕਰ ਲੈਂਦੇ, ਉਹਨੂੰ MLI, ਉਹ ਵਰਕ ਪਰਮਿਟ ਦੇ ਲੋਕੀ ਇਹਨਾਂ ਨੂੰ ਇੰਨਾ ਐਕਸਪਲੋਰ ਕਰਦੇ ਆ, $40,000 ਇਹਨਾਂ ਤੋਂ ਲੈਂਦੇ ਆ ਵੀ ਅਸੀਂ ਤੈਨੂੰ ਪੱਕਾ ਕਰਾਂਗੇ, ਨਾਲੇ ਫਿਰ ਉਹਨਾਂ ਦੇ ਪੈਸੇ ਵੀ ਪੂਰੇ ਨਹੀਂ ਦਿੰਦੇ। ਹਾਂਜੀ 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 ਹਾਂਜੀ, ਫਿਰ ਦੂਜੇ ਪਾਸੇ ਉਹਨਾਂ ਨੇ ਰੈਂਟ ਵੀ ਦੇਣਾ ਹੁੰਦਾ ਹੈ, ਫੀਸ ਵੀ ਦੇਣੀ ਹੈ। ਕਈ ਸਟੂਡੈਂਟ ਤੇ ਬਹੁਤ ਸਟ੍ਰੈਸਡ ਆ, ਇੱਥੇ ਗਈਆਂ ਨੇ, ਇੱਥੇ ਸੁਸਾਈਡ ਵੀ ਕੀਤੇ ਆ। ਕਈ ਕੁੜੀਆਂ ਵੀ ਇੰਡੀਆ ਤੋਂ ਲੋਕੀ ਜਿਹੜੀਆਂ ਭੇਜਦੇ ਆ, ਤੁਸੀਂ ਇਹ ਨਾ ਕਿਹੋ ਵੀ ਮੈਂ ਕੁੜੀਆਂ ਦੇ ਵਿਰੁੱਧ ਬੋਲਦੀ ਆ, ਪਰ ਕੁੜੀਆਂ ਨੂੰ ਇੱਥੇ ਭੇਜਣਾ ਨਹੀਂ ਚਾਹੀਦਾ। ਇੱਥੇ ਪੋਜੀਸ਼ਨ ਬਹੁਤ ਖਰਾਬ ਆ। ਬੱਚੇ ਤਾਂ, ਮੁੰਡੇ ਤਾਂ ਪਹਿਲਾਂ ਵੀ ਆਦਮੀ ਕਮਾਈਆਂ ਕਰਨ ਦੇਸਾਂ ਪ੍ਰਦੇਸਾਂ 'ਚ ਜਾਂਦੇ ਸੀ, ਪਰ ਜਿਹੜੇ ਕੁੜੀਆਂ ਨੂੰ ਭੇਜਣ ਲੱਗ ਪਏ ਨਾ, 16-17 ਸਾਲਾਂ ਦੀਆਂ ਕੁੜੀਆਂ ਨੂੰ, ਉਹਨਾਂ ਨੂੰ ਲਾਈਫ ਦਾ ਇੰਨਾ ਐਕਸਪੀਰੀਅੰਸ ਨਹੀਂ ਹੁੰਦਾ। ਉਹ ਜਿੱਥੇ ਕਈਆਂ ਦਾ ਤਾਂ ਕੋਈ ਇੱਥੇ ਕੋਈ ਰਿਲੇਟਿਵ ਨਹੀਂ, ਕੋਈ ਨਹੀਂ, ਜਸਟ ਉਹ ਕਹਿੰਦੇ ਨੇ ਤੁਸੀਂ 에ਅਰਪੋਰਟ ਤੇ ਚੱਲ ਜਾਓ, ਤੁਸੀਂ ਕਿਸੇ ਪਿੰਡ ਦੇ ਜਾਂ ਹੋਰ ਕਿਸੇ ਨੂੰ ਕਹਿ ਦਿੰਦੇ ਆ ਵੀ ਤੁਸੀਂ ਉਹਨਾਂ ਨੂੰ ਉੱਥੇ ਲੈ ਜਾਓ। ਉਹ ਇੱਕ ਸਾਡੇ ਵੀ ਆਈ ਸੀ ਕੁੜੀ, ਉਹਨੂੰ ਥੋੜਾ ਜਿਹਾ ਬੋਰਡ ਦਿੱਤਾ ਹੋਇਆ ਸੀ, I am this, ਪਰ ਉਹ ਬਸ ਉਹਨਾਂ ਦੇ ਘਰ ਰਹਿ ਲੈਂਦੀਆਂ। ਕਈ ਵਾਰੀ ਤਾਂ ਇਹ ਸਟੂਡੈਂਟ ਜਿਹੜੇ ਆ ਸਾਰੇ ਇੱਕੋ ਜਿਹੇ ਨਹੀਂ ਹੈਗੇ, ਬਹੁਤ ਚੰਗੇ ਵੀ ਸਟੂਡੈਂਟ ਆ ਤੇ ਬਹੁਤ ਕੁੜੀਆਂ ਮੁੰਡੇ ਮਿਕਸ ਜਿਹੇ ਆ। ਚਲੋ ਉਹਨੂੰ ਅਸੀਂ ਵੀ ਲਾਇਆ ਸੀ, ਪਰ ਅਸੀਂ ਥੋੜਾ ਚਿਰ ਉਹਨੂੰ ਰੱਖ ਕੇ ਫਿਰ ਉਹ ਕਹਿੰਦੀ ਵੀ ਅਸੀਂ ਤਾਂ ਮੈਂ ਕਾਲਜ ਯੂਨੀਵਰਸਿਟੀ ਦੇ ਵਿੱਚ ਹੀ ਆਪਣੇ ਕੋਈ ਪਾਰਟਨਰ ਲੱਭ ਲਿਆ, ਮੈਂ ਉਹਨਾਂ ਨਾਲ ਮੂਵ ਹੋ ਜਾਣਾ। ਮੈਂ ਕਿਹਾ ਠੀਕ ਹੈ ਤੁਸੀਂ ਹੋ ਜਾਓ। ਪਰ ਕਈ ਕੁੜੀਆਂ ਜਿਹੜੀਆਂ ਉਧਰੋਂ ਆਈਲੈਟ ਕਰਕੇ ਆਉਂਦੇ ਆ, ਉਹ ਆਈਲੈਟ ਕਰਕੇ ਕੁੜੀਆਂ ਉੱਥੇ ਹੀ ਕੋਈ ਚੰਗੀ ਫੈਮਿਲੀ ਨਾਲ ਮੁੰਡਾ ਹੁੰਦਾ ਹੈ, ਉਹਦੇ ਨਾਲ ਵਿਆਹ ਕਰਾ ਕੇ ਉਹ ਇੱਧਰ ਆ ਜਾਂਦੇ ਆ। ਹਾਂਜੀ ਹਾਂਜੀ, ਉਹ ਉੱਥੇ ਐਪਲੀਕੇਸ਼ਨ ਕਰ ਦਿੰਦੀਆਂ, ਜੋ ਕਿਸੇ ਤਰ੍ਹਾਂ ਆਪ ਇੱਥੇ ਸਕਸੈਸ ਨਹੀਂ ਹੁੰਦੀਆਂ, ਜਿਵੇਂ ਉਹ ਪੱਕੀਆਂ ਨਹੀਂ ਹੁੰਦੀਆਂ, ਤਾਂ ਉਹ ਕਿਸੇ ਹੋਰ ਮੁੰਡੇ ਨੂੰ ਲੱਭ ਲੈਂਦੀਆਂ, ਇੱਥੇ ਆਪ ਪੱਕੀਆਂ ਹੋਣ ਦੀ ਟਰਾਈ ਕਰਦੀਆਂ। ਜਿਹੜਾ ਪਿੱਛੇ ਜਿਹਨਾਂ ਦੇ ਇੰਨੇ ਪੈਸੇ ਲਵਾਏ ਹੁੰਦੇ ਆ, ਉਹਨਾਂ ਨੇ ਜ਼ਮੀਨ ਜਮਾਨ ਵੇਚ ਕੇ ਸਾਰਾ ਕੁਛ, ਇੱਦਾਂ ਦੇ ਬਹੁਤ ਸਾਰੇ ਕੇਸ ਹੋਏ ਆ, ਬਹੁਤ ਸਾਰੇ। ਉਹਨਾਂ ਨੇ ਜ਼ਮੀਨਾਂ ਜਮਾਨਾਂ ਵੇਚ ਕੇ ਸਾਰਾ ਕੁਛ, ਉਹ ਕੁੜੀ ਨੂੰ ਇੱਥੇ ਫੀਸ ਵੀ ਭੇਜਦੇ ਆ, ਉਹਨੂੰ ਰੈਂਟ ਵੀ ਭੇਜਦੇ ਆ, ਉਹਨੂੰ ਹੋਰ ਵੀ ਸਾਰਾ ਜਿਵੇਂ ਖਰਚ ਪਾਣੀ ਉਧਰੋਂ ਭੇਜਦੇ ਆ। ਜਦੋਂ ਕੁੜੀ ਫਿਰ ਮਗਰੋਂ ਮੁੱਕਰ ਜਾਂਦੀ ਆ, ਦੌੜ ਜਾਂਦੀ ਆ। ਕਈ ਵਾਰੀ ਤਾਂ ਇੱਥੇ ਨਾ
ਨਿਊਜ਼ ਦੇ ਵਿੱਚ ਪੇਪਰਾਂ ਦੇ ਵਿੱਚ ਪਿਕਚਰ ਦਿੰਦੇ ਵੀ ਤੁਸੀਂ ਜੇ ਇਸ ਕੁੜੀ ਨੂੰ ਦੇਖੋ ਤਾਂ ਸਾਨੂੰ ਜ਼ਰੂਰ ਇਨਫੋਰਮ ਕਰੋ, ਇਹਨੇ ਸਾਡੇ ਨਾਲ ਧੋਖਾ ਕੀਤਾ ਹੈ। ਉਹ ਫਿਰ ਮੁੰਡੇ ਨੇ ਇੱਕ ਲੜਕੇ ਦੀ ਸਟੋਰੀ ਆਈ ਸੀ, ਕਹਿੰਦਾ ਪਹਿਲਾਂ ਤਾਂ ਉਹਨੇ ਆਪਣੀ ਸਿਸਟਰ ਨੂੰ ਜਦੋਂ ਕੁੜੀ ਮੁੱਕਰ ਗਈ ਉਹਨਾਂ ਨੇ ਸਾਰੀ ਜਾਇਦਾਦ ਵੇਚ ਕੇ ਉਹ ਕੁੜੀ ਨੂੰ ਇੱਥੇ ਭੇਜਿਆ ਜਾਂ ਉਹਨੂੰ ਪੈਸੇ ਵੀ ਭੇਜਦੇ ਰਹੇ। ਵਿਆਹ ਵੀ ਇੰਡੀਆ ਕੀਤਾ, ਬਹੁਤ ਵੱਡੀ ਜਿਵੇਂ ਆਪਣੇ ਪਾਰਟੀਆਂ ਵਗੈਰਾ ਬਹੁਤ ਖਰਚ ਕਰਦੇ ਆ। ਫਿਰ ਉਹ ਕੁੜੀ ਜਦੋਂ ਮੁੱਕਰ ਗਈ ਉਹ ਮੁੰਡੇ ਨੇ ਪਹਿਲਾਂ ਆਪਣੀ ਸਿਸਟਰ ਨੂੰ ਗੋਲੀ ਮਾਰੀ, ਫਿਰ ਉਹ ਆਪਣੀ ਫਾਦਰ ਨੂੰ ਮਦਰ ਨੂੰ, ਫਿਰ ਉਹਨੇ ਆਪਣੀ ਗੋਲੀ ਮਾਰ ਲਈ। ਕਹਿੰਦਾ ਸਾਡੇ ਕੋਲ ਹੁਣ ਦੇਅਰ ਵਾਸ ਨੋ ਚੋਇਸ। ਇੱਦਾਂ ਦੇ ਬਹੁਤ ਸਾਰੇ ਕੇਸ ਹੁੰਦੇ ਆ ਜਿਹੜੇ ਕਿ ਸਾਨੂੰ ਦੇਖਣਾ ਚਾਹੀਦਾ ਵੀ ਸਾਡੇ ਬੱਚੇ ਉੱਧਰ ਅਸੀਂ ਭੇਜਦੇ ਆ ਉਹ ਕਿੰਨੇ ਕੁ ਚੰਗੇ ਆ ਜਾਂ ਸੁਰੱਖਿਅਤ ਆ। ਇਹਨਾਂ ਦੀ ਐਕਸਪਲੋਇਟੇਸ਼ਨ ਕਰਦੇ ਆ ਲੋਕ, ਰੈਂਟ ਵੀ ਬਹੁਤ ਲੈਂਦੇ ਆ, 4-4 5-5 ਮੁੰਡੇ ਕੁੜੀਆਂ ਇੱਥੇ ਸਾਡੇ ਸਰੀ ਦੇ ਵਿੱਚ ਇਕੱਠੇ ਰਹਿੰਦੇ ਆ, ਰਾਤ ਨੂੰ ਪਾਰਟੀਜ਼ ਕਰਦੇ ਆ। ਜਾਂ ਉਹਨਾਂ ਦੀ ਉਹ ਗੱਲ ਨਹੀਂ ਹੈਗੀ, ਸਾਰੇ ਬੱਚੇ ਜਿਹੜੇ ਆ ਉਹ ਪੜ੍ਹਨ ਹੀ ਨਹੀਂ ਆਏ ਹੋਏ, ਕਈ ਪਾਰਟੀਆਂ ਬਹੁਤ ਕਰਦੇ ਆ, ਜਾਂ ਤਾਂ ਉਹ ਅਮੀਰ ਪੇਰੈਂਟਸ ਆ ਜਿਹੜੇ ਕਿ ਉਹਨਾਂ ਨੂੰ ਹਰ ਮਹੀਨੇ ਪੈਸੇ ਭੇਜਦੇ ਆ। ਪਰ ਆਮ ਜਿਹੜੇ ਸਟੂਡੈਂਟ ਆ ਉਹਨਾਂ ਦੀ ਪੋਜੀਸ਼ਨ ਵਿਚਾਰਿਆਂ ਦੀ ਕਈਆਂ ਦੀ ਤਾਂ ਤਰਸਯੋਗ ਵੀ ਹੁੰਦੀ ਆ, ਕਈਆਂ ਤੇ ਸਾਨੂੰ ਆਪ ਗੁੱਸਾ ਆਉਂਦਾ ਆ ਜਦੋਂ ਕਿ ਉਹ ਬਾਹਰ ਪਾਰਟੀਆਂ ਕਰਦੇ ਆ। ਤੇ ਹੈਲੋਵੀਨ ਸਾਡਾ ਕੋਈ ਆਪਣਾ ਤਿਉਹਾਰ ਨਹੀਂ ਹੈਗਾ, ਜਦੋਂ ਕਿ ਪੈਰਾਡੈਮਿਕ ਸੀਗਾ ਉਹਨਾਂ ਨੇ ਇੰਨੇ ਭੰਗੜੇ ਪਾਏ, ਉਹਨਾਂ ਨੂੰ ਇੰਨੇ ਫਾਈਨ ਕੀਤੇ, ਕਈ ਤਾਂ ਉਹ ਡਿਪੋਰਟ ਕੀਤੇ ਆ ਵੈਨਕੂਵਰ ਤੋਂ। ਹਾਂਜੀ, ਜਦੋਂ ਕਿ ਸਾਡਾ ਆਪਣਾ ਪੰਜਾਬੀਆਂ ਦਾ ਤਾਂ ਹੈਲੋਵੀਨ ਹੈ ਵੀ ਨਹੀਂ, ਤੇ ਉਹ ਨਾਲੇ ਉਹਨਾਂ ਦੀ ਕੋਈ ਪੋਜੀਸ਼ਨ ਨਹੀਂ ਇੱਥੇ ਕੈਨੇਡਾ ਦੇ ਵਿੱਚ, ਸੋ ਉਹਨਾਂ ਨੂੰ ਥੋੜਾ ਜਿਹਾ ਲਾ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ। ਪਰ ਸਾਡੇ ਸਟੂਡੈਂਟ ਇੱਥੇ ਬਹੁਤ ਚੰਗੇ ਵੀ ਆ ਤਾਂ ਬਹੁਤ ਮਾੜੀਆਂ ਗੱਲਾਂ ਵੀ ਹੋ ਰਹੀਆਂ। ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਚਿੱਟੀ ਆ, ਉੱਥੇ ਦੀ ਇੱਕ ਲੜਕੀ ਆਈ ਹੋਈ ਸੀ, ਉਹਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਕਿਸੇ ਤਰ੍ਹਾਂ ਵੀ ਵਾਪਸ ਜਾਣਾ ਪੈਣਾ। ਘਰਦਿਆਂ ਦਾ ਘਰਦੇ ਕਹਿੰਦੇ ਵੀ ਤੁਸੀਂ ਵਾਪਸ ਨਾ ਆਇਓ, ਜਿਵੇਂ ਮਰਜ਼ੀ ਕੈਨੇਡਾ ਵਿੱਚ ਪੱਕੀਆਂ ਹੋ ਜਾਓ। ਬਿਲਕੁਲ। ਐਂਡ ਸ਼ੀ ਵਾਜ਼ 18 ਐਂਡ ਉਹ ਲੜਕਾ ਗੋਰਾ 21 ਸੀਗਾ। ਲਾਇਰ ਉਹਦੀ ਮਦਰ ਜਿਹੜੀ ਸੀ ਉਹ ਮੁੰਡੇ ਦੀ ਉਹ ਸੀਗੀ ਸਕੂਲ ਦੇ ਵਿੱਚ ਯੂਨੀਵਰਸਿਟੀ ਵਿੱਚ ਲੈਕਚਰਰ ਸੀ, ਫਾਦਰ ਉਹਦਾ ਵਕੀਲ ਸੀਗਾ। ਉਹ ਮੁੰਡਾ ਸੀ, ਉਹ ਇਕੱਠੇ ਕੰਮ ਕਰਦੇ ਸੀ, ਜਿਵੇਂ ਬੱਚੇ ਆਪਣੀ ਸਮਰ ਜੌਬ ਕਰ ਲੈਂਦੇ ਦੋਨੇ, ਕੁੜੀ ਤਾਂ ਉਹ ਮੁੰਡਾ ਇਕੱਠੇ ਕੰਮ ਕਰਦੇ ਸੀ ਗੋਰਾ। ਜਦੋਂ ਕੁੜੀ 18 ਹੋਈ ਤਾਂ ਸਾਡੇ ਇੱਥੇ BC ਦੇ ਵਿੱਚ ਲਾ ਨਹੀਂ ਹੈਗਾ, ਉਹ ਅਲਬਰਟਾ ਜਾ ਕੇ ਉਹ ਮੁੰਡਾ 21 ਸਾਲ ਦਾ ਸੀ, ਉੱਥੇ ਜਾ ਕੇ ਵਿਆਹ ਕਰਾਇਆ। ਹਾਂਜੀ ਹਾਂਜੀ। ਉਹ ਪਰ ਕੁੜੀ ਦੇ ਨਾਲ ਦੇ ਜਿਹੜੇ ਹੋਰ ਫਰੈਂਡਸ ਨਾਲ ਗਏ ਸੀ ਪੰਜਾਬੀ ਮੁੰਡੇ, ਉਹਨਾਂ ਨੇ ਗੋਰੇ ਨੂੰ ਦੱਸਤਾ, ਕਹਿੰਦਾ ਇਹਨੇ ਜਸਟ ਫਾਰ ਦ ਮੈਰਿਜ ਇੱਥੇ ਪੱਕੀ ਹੋਣ ਲਈ ਤੇਰੇ ਵਿਆਹ ਕੀਤਾ, ਮੈਰਿਜ ਆਫ ਕਨਵੀਨੀਅੰਸ। ਹਾਂਜੀ ਹਾਂਜੀ, ਵੀ ਤੈਨੂੰ ਸਿਰਫ ਤੈਨੂੰ ਯੂਜ਼ ਕਰਦੀ ਆ। ਉਸ ਮੁੰਡੇ ਨੇ ਸਵੇਰੇ ਜਾ ਕੇ ਪੈਸਟਲ ਨਾਲ ਪਹਿਲਾਂ ਤਾਂ ਉਹਦੇ ਗੋਲੀ ਮਾਰੀ, ਫਿਰ ਆਪਣੇ ਮਾਰ ਲਈ। ਹਾਲੇ ਉਹਦੇ ਪੇਰੈਂਟਸ ਉੱਥੇ ਪਹੁੰਚੇ ਵੀ ਨਹੀਂ ਸੀਗੇ, ਪਰ ਉਹਨੇ ਉਹਨੂੰ ਮਾਰਤਾ ਤੇ ਬਿਲਕੁਲ ਸਾਡੇ ਲਾਗੇ ਸੀਗਾ। ਸੋ ਇਹੋ ਜਿਹੀਆਂ ਪੋਜੀਸ਼ਨਾਂ, ਪਹਿਲੀ ਗੱਲ ਆ ਜੇ ਤੁਸੀਂ ਇੱਥੇ ਕੋਈ ਹੋਣਾ ਚਾਹੀਦਾ, ਕੁੜੀਆਂ ਮੁੰਡੇ ਇਦਾਂ ਵੀ ਕਰਦੇ, ਜੇ ਕੋਈ ਹੋਣਾ ਵੀ ਚਾਹੀਦਾ ਆ ਜੋ ਨਾਲ ਰਹਿੰਦੇ ਵੀ ਆ, ਉਹ ਫਿਰ ਉੱਥੋਂ ਦੌੜ ਜਾਂਦੇ, ਕਹਿੰਦੇ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ, ਅਸੀਂ ਤਾਂ ਆਪਣੇ ਪਿੰਡਾਂ ਦੇ ਨਾਲ ਹੀ ਰਹਿਣਾ। ਤੇ ਪਿੱਛੇ ਜਿਹੜੇ ਘਰ ਦੇ ਬੈਕ ਇਨ ਇੰਡੀਆ ਉਹ ਵੀ ਸਾਡੇ ਤੇ ਬਿਲੀਵ ਨਹੀਂ ਕਰਦੇ, ਉਹ ਉਹਨਾਂ ਤੇ ਬਿਲੀਵ ਕਰਦੇ ਆ। ਵੀ ਸਾਡੇ ਜੋ ਬੱਚੇ ਕਹਿੰਦੇ ਉਹ ਸਾਡੇ ਤੋਂ ਬੋਲਣੋਂ ਵੀ ਹਟ ਜਾਂਦੇ, ਕਹਿੰਦੇ ਤੁਸੀਂ ਗਲਤ ਕਹਿੰਦੇ ਆ ਸਾਡੇ ਬੱਚਿਆਂ ਨੂੰ, ਅਸੀਂ ਅੱਖਾਂ ਨਾਲ ਦੇਖਦੇ ਆ। ਸੋ ਇੱਥੇ ਬਹੁਤ ਕੁਝ ਹੋ ਰਿਹਾ ਆ। ਸਟੂਡੈਂਟ ਨੂੰ ਜਦੋਂ ਆਉਂਦੇ ਹੈ, ਜਦੋਂ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਜਾਂਦੇ ਆ, ਜਿਹੜੇ ਇੰਨੇ ਪੈਸੇ ਲੈਂਦੇ, ਉਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਰਹਿਣ ਸਹਿਣ ਜਾਂ ਉਹਨਾਂ ਨੂੰ ਇੱਥੇ ਦਾ ਢੰਗ ਦੱਸਣਾ ਚਾਹੀਦਾ। ਕਈ ਵਾਰੀ ਲਾਈਟਾਂ ਰੈੱਡ ਹੁੰਦੀਆਂ ਵਿੱਚ ਦੀ ਲੰਘਦੇ ਆ, ਉਹ ਇੱਕ ਦੋ ਵਾਰੀ ਤਾਂ ਮੈਂ ਹੀ ਉਹਨਾਂ ਨੂੰ ਬਚਾਇਆ ਸੱਚੀ, ਵਿੱਚ ਦੀ ਲੰਘਦੇ ਆ ਜਦੋਂ ਰੈੱਡ ਲਾਈਟ ਹੁੰਦੀ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈ ਇੰਡੀਆ। ਉਹਨਾਂ ਵੈਸੇ ਇੱਥੇ ਸਕੂਲ ਕਾਲਜ ਵਾਲੇ ਜਿਹੜੇ ਉਹਨਾਂ ਨੂੰ ਇੰਨੀਆਂ ਫੀਸਾਂ ਲੈਂਦੇ, ਉਹਨਾਂ ਨੂੰ ਦੱਸਣ ਥੋੜੇ ਜਿਹੇ 4-5 ਲੈਕਚਰ ਇਹਦੇ ਵੀ ਦੇਣੇ ਚਾਹੀਦੇ ਵੀ ਤੁਸੀਂ ਕਿਵੇਂ ਇੱਥੇ ਰਹਿਣ ਸਹਿਣ ਇੱਥੇ ਦਾ ਕਿਵੇਂ ਆ, ਕਿਵੇਂ ਤੁਸੀਂ ਰਹਿਣਾ ਹੈ, ਗਾਰਬੇਜ ਡਿਸਪੋਜ਼ ਕਿਵੇਂ ਕਰਨਾ ਆ, ਉਹ ਉੱਤੇ ਹੀ ਬਸ ਸੈੱਟ ਕੇ ਦੌੜੀ ਜਾਂਦੇ। ਸੋ ਮੈਨੀ ਥਿੰਗਸ ਆਰ ਗੁੱਡ ਐਂਡ ਬੈਡ ਸਟੂਡੈਂਟ ਨੇ ਕਦੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਇਹ ਤਾਂ ਸੀ ਜੀ ਸ਼ਾਂਤੀ ਹੁਣੀ ਆਪਣੇ ਕੈਨੇਡਾ ਤੋਂ, ਸਰੀ ਤੋਂ, ਜਿਹਨਾਂ ਨੇ ਬਹੁਤ ਜਿਹੜੀਆਂ ਇੰਸੀਡੈਂਟਸ ਇਹੋ ਜਿਹਾ ਦੱਸੇ ਹੈਗੇ ਆ ਜਿਹੜੇ ਕਿ ਉੱਥੇ ਹੋ ਰਹੇ ਹੈਗੇ ਆ। ਅਤੇ ਇਹੋ ਜਿਹੇ ਇੰਸੀਡੈਂਟਸ ਜਿਹੜੇ ਹੈਗੇ ਇੱਥੇ ਬਰਤਾਨੀਆ ਵਿੱਚ ਵੀ ਸਾਡੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਦਿਲ ਹਿਲਾਊ ਇੰਸੀਡੈਂਟਸ ਇੱਥੇ ਵੀ ਹੋਏ ਹੈਗੇ ਆ, ਅਤੇ ਕੁਛ ਜਿਹੜੇ ਇੰਸੀਡੈਂਟਸ ਆਪਾਂ ਸੁਣਨ ਵਿੱਚ ਆਏ ਜਿਹੜੇ ਕਿ ਆਸਟ੍ਰੇਲੀਆ ਵਿੱਚ ਵੀ ਸੀ। ਹਾਂਜੀ, ਹੈਲੋ ਜੀ ਕੌਣ ਤੁਸੀਂ ਕਿੱਥੇ ਬੋਲਦੇ ਆ? ਵੈਲਕਮ। ਡਾਕਟਰ ਸਾਹਿਬ ਠੀਕ ਹੋ? ਹਾਂਜੀ ਹਾਂਜੀ, ਮੈਂ ਗੁਰਬਚਨ ਬੋਲਦਾ। ਮੈਂ ਇਹ ਕਹਿਣਾ ਚਾਹੁੰਦਾ ਹਾਂ, ਪਹਿਲਾਂ ਤੇ ਸਾਨੂੰ ਇਸ ਕੰਟਰੀ ਦਾ ਥੈਂਕਫੁਲ ਹੋਣਾ ਚਾਹੀਦਾ ਹੈ ਕਿ ਦੇਖੋ ਇੱਥੇ ਗਰੀਬ ਤੋਂ ਗਰੀਬ ਬੱਚਾ ਵੀ ਡਾਕਟਰ ਬਣ ਜਾਂਦਾ ਹੈ, ਸਲਿਕਟਰ ਬਣ ਜਾਂਦਾ ਹੈ, ਇੰਜੀਨੀਅਰ ਬਣ ਜਾਂਦਾ ਹੈ, ਫਾਈਨਾਂਸਰ ਹਸਪੀਟਲ ਬੈਂਕਾਂ ਦਾ ਬਣ ਜਾਂਦਾ ਹੈ, ਲੇਕਿਨ ਦੇਖੋ ਕੋਈ ਫੀਸ ਨਹੀਂ।
मैं देखा ऑर्डनरी जे दुकानदार हैं उन्होंने कोई खास कमाई नहीं, हर चीज फ्री है। सानू इन्ना थैंकफुल होना चाहिए कि देखो कितनी मानता है इन्होंने कंट्री। बाकी प्रॉब्लम ये है कि जेडे एजेंट ना असली जेडे पढ़न आते हैं वो तो पढ़ते ही असली 50% लोग आते ना जेडे कि सिर्फ इतने पहुंच गए ना असी पक्के होना है 90% विचार नहीं होता। एजेंट उन्होंने चढ़ा देता है कहता जानिए तुसी पक्के नहीं। देखो अगर जेड़ा पढ़न आता है वो हसबैंड वाइफ या हो जो भी दूजा पार्टनर दोनों काम भी कर सकते हैं और वो अपनी कमाई नाल करके खर्चा भी कर सकते हैं ना रह भी सकते हैं नाल फीस भी दे सकते हैं। दो आदमी अगर काम करन हसबैंड वाइफ दे आर अलाउड हियर जेड़ा नु वीजा मिलता अजकल स्टूडेंट वीजा उन्होंने पार्टनर नाल अलाउड हैगा। ते ए जेड़े असली जेड़े प्रॉपर बंदे आंदे जिन्ना पढ़ना है वो तो पढ़ते हैं लेकिन जेड़े 50% वो आंदे जेड़े कि असी इत्थे अंदर बढ़ना है मतलब जिस तरह भाई हुकर करुक एज ए स्टूडेंट क्योंकि पिछे बड़े कॉलेज खुल गए सी इन्होंने गवर्नमेंट पता लगे तो सब झूठे डिग्रियां लैके सब अंदर वाड़ते ते तां इन्होंने बंद कीता सी। सीधे कि जेड़े एजेंट है ना ये खराब ना करन ना अज भी लोगों की 50% लाइफां बच सकती हैं। ओके थैंक यू गुरबचन जी बहुत मेहरबानी। ये तो सी जी गुरबचन होनी मानचेस्टर तो ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਸਾਡੇ ਨਾਲ ਸੰਵਾਦ ਰਚਾ ਸਕਦੇ ਅਜੇ ਵੀ ਆਪਣੇ ਕੋਲ 6.5 ਮਿੰਟ ਹੈਗੇ ਆ ਕਿਉਂਕਿ ਜਿਹੜਾ ਮਸਲਾ ਹੈਗਾ ਇਹ ਦੋਨੇ ਪੱਖ ਹੈਗੇ ਆ ਬਹੁਤ ਸਾਰੇ ਸਟੂਡੈਂਟਸ ਹੈਗੇ ਉਹਨਾਂ ਨਾਲ ਵੀ ਐਕਸਪਲੋਇਟੇਸ਼ਨ ਬਹੁਤ ਸਾਰੀ ਹੁੰਦੀ ਹੈਗੀ ਹੈ। ਦੂਸਰਾ ਇਹ ਹੈਗਾ ਵੀ ਜਿਹੜੇ ਸਟੂਡੈਂਟਸ ਇੱਥੇ ਆਣ ਕੇ ਵੀ ਕਈ ਤਰ੍ਹਾਂ ਦੀਆਂ ਪੁੱਠੀਆਂ ਗੱਲਾਂ ਕਰਦੇ ਹੈਗੇ ਆ ਜਿਸ ਤਰ੍ਹਾਂ ਗੱਲ ਮੈਂ ਕੀਤੀ ਹੈ ਬੈਂਕਾਂ ਤੋਂ ਲੋਨ। ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲਦੇ ਵੈਲਕਮ ਜੀ ਲੀਡ ਤੋਂ। ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਲੀਡ ਤੋਂ ਬੋਲ ਰਿਹਾ ਮਲਕੀਤ। ਹਾਂਜੀ ਮਲਕੀਤ ਜੀ ਕੀ ਕਹਿਣਾ ਚਾਹੋਗੇ? ਵੀਰ ਜੀ ਮੈਂ ਇਹ ਗੱਲ ਕਹਿਣ ਲੱਗਾ ਸੀ ਛੋਟੀ ਸੰਖੇਪ ਦੇ ਵਿੱਚ ਵੀ ਜਿਹੜੇ ਤਾਂ ਬੰਦਿਆਂ ਨਾਲ ਮਾੜਾ ਐਕਸਪੀਰੀਅੰਸ ਹੋ ਜਾਂਦਾ ਉਹ ਮਾੜੀ ਗੱਲ ਤੁਹਾਨੂੰ ਦੱਸ ਦਿੰਦੇ ਆ ਤੇ ਬਾਕੀ ਇਹ ਗੱਲ ਆ ਵੀ ਜਿਹੜੇ ਮੁੰਡੇ ਕੁੜੀਆਂ ਸੈਕੰਡ ਗੱਲ ਆ ਰਹੇ ਆ ਉਹ ਜੋ ਵੀ ਉਹਨਾਂ ਦੀ ਪੋਜੀਸ਼ਨ ਹੈਗੀ ਆ ਉਹ ਠੀਕ ਆ ਜਾਂ ਬੈਡ ਹੈ ਜਾਂ ਕਿੱਦਾਂ ਦੀ ਹੈਗੀ ਆ। ਨੰਬਰ 2 ਤੇ ਸਾਡੀ ਗਵਰਨਮੈਂਟ ਜਿਹੜੀ ਇੰਡੀਆ ਗਵਰਨਮੈਂਟ ਆ ਉਹਨੂੰ ਜ਼ਿਆਦਾ ਬਲੇਮ ਦੇਣਾ ਚਾਹੀਦਾ ਸਾਨੂੰ। ਅੱਛਾ ਜੀ ਇੰਡੀਆ ਗਵਰਨਮੈਂਟ ਜੇ ਸਾਡੇ ਬੱਚਿਆਂ ਨੂੰ ਜੋਬਾਂ ਦੇਵੇ ਤਾਂ ਉਹਨਾਂ ਨੂੰ ਇੱਧਰ ਆਉਣ ਦੀ ਕੋਈ ਲੋੜ ਨਹੀਂ ਉੱਥੇ ਉਹ ਬਹੁਤ ਵੱਡੀ ਆਪਣੀ ਰੋਟੀ ਰੋਜੀ ਕਮਾ ਸਕਦੇ ਆ। ਇਸ ਕਰਕੇ ਸਾਡੇ ਬੱਚੇ ਉੱਥੋਂ ਦੌੜਦੇ ਆ ਬਿਕੋਜ਼ ਉੱਥੇ ਉਹਨਾਂ ਨੂੰ ਕੋਈ ਆਸਰਾ ਨਹੀਂ ਮਿਲ ਰਿਹਾ ਇੰਡੀਆ ਦੇ ਵਿੱਚ। ਬਾਕੀ ਜਿਹੜੇ ਲੋਕ ਇੱਥੇ ਵੀ ਸਾਡੇ ਨਾਲ ਬਹੁਤ ਐਕਸਪੀਰੀਅੰਸ ਹੁੰਦੇ ਆ ਜਿਹੜੇ ਮੁੰਡੇ ਕੰਮ ਆਉਂਦੇ ਇੰਡੀਆ ਤੋਂ ਉੱਥੇ ਉਹਨੇ ਕੁਛ ਕੀਤਾ ਨਹੀਂ ਤਾਂ ਇੱਥੇ ਆਣ ਕੇ ਉਹ ਹਾਰਡ ਕੰਮ ਨਹੀਂ ਕਰ ਸਕਦੇ। ਠੀਕ ਹੈ ਇੱਥੇ ਇੱਕ ਦੋ ਮੁੰਡਿਆਂ ਨੂੰ ਮੈਂ ਕੰਮਾਂ ਤੋਂ ਵੀ ਲਵਾਇਆ ਉਹ ਭਾਜੀ ਅਸੀਂ ਹਾਰਡ ਕੰਮ ਨਹੀਂ ਕਰ ਸਕਦੇ ਅਸੀਂ ਉਹ ਬੈਠਿਆਂ ਨੂੰ ਰੋਟੀ ਤਾਂ ਤੁਹਾਨੂੰ ਕਿਸੇ ਨੇ ਅਕਸਰ ਤਾਂ ਕੁਛ ਨਾ ਕੁਛ ਤੁਹਾਨੂੰ ਕਰਨਾ ਪੈਣਾ ਭਾਜੀ ਹਾਰਡ ਕੰਮ ਆ ਅਸੀਂ ਆਹ ਨਹੀਂ ਕਰ ਸਕਦੇ ਅਸੀਂ ਉਹ ਨਹੀਂ ਕਰ ਸਕਦੇ ਭਾਈ ਕੁਛ ਨਾ ਕੁਛ ਤਾਂ ਤੁਹਾਨੂੰ ਕਰਨਾ ਪੈਣਾ ਜੇ ਰੋਟੀ ਖਾਣੀ ਆ। ਤੇ ਬਾਕੀ ਇਦਾਂ ਆ ਵੀ ਉਹ ਚਾਹੁੰਦੇ ਆ ਵੀ ਇੱਥੇ ਖਰਿਆ ਇੰਗਲੈਂਡ ਦੇ ਵਿੱਚ ਐਸੇ ਦਰਖਤਾਂ ਨੂੰ ਲੱਗੇ ਜਿਹੜੇ ਤੋੜ ਲੈਣੇ ਆ ਜਿਹੜੇ ਪਹਿਲਾਂ ਗਏ ਉਹਨੂੰ ਤੋੜ ਲਿਆ ਅਸੀਂ ਜਾ ਕੇ ਤੋੜ ਲੈਣੇ। ਠੀਕ ਆ ਠੀਕ ਹੈ ਮਿੰਟੋ ਮਿੰਟ ਹੀ ਅਸੀਂ ਮਿਲੀਅਨਰ ਹੋ ਜਾਣਾ ਆ ਪਰ ਮਿਲੀਅਨਰ ਅਸੀਂ ਵੀ ਮਿਲੀਅਨ ਹੋਣ ਆਏ ਸੀ ਤੇ ਕਾਂ ਵੀ ਜਿਹੜੇ ਮਿਲੀਅਨਰ ਹੋਣ ਆਉਣਾ ਜਿਹੜੇ ਪਹਿਲਾਂ ਆਏ ਉਹ ਵੀ ਉਹਨਾਂ ਦੀ ਸੀ। ਠੀਕ ਹੈ ਮਲਕੀਤ ਭਾਜੀ ਠੀਕ ਹੈ ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਚੱਲ ਰਿਹਾ ਥੈਂਕ ਯੂ। ਠੀਕ ਹੈ ਛੋਟੇ ਭਾਈ ਇਹ ਤਾਂ ਸੀ ਜੀ ਮਲਕੀਤ ਹੋਣੀ ਆਪਣੇ ਲੀਡਸ ਤੋਂ ਤੁਸੀਂ ਵੀ ਜਿਹੜਾ ਹੈ ਟੈਲੀਫੋਨ ਕਾਲਸ ਕਰਕੇ ਜੇ 7 ਤੋਂ 4 ਮਿੰਟ ਹੈਗੇ ਆ। ਹੈਲੋ ਜੀ ਤੁਸੀਂ ਜਾਨੀ ਕਿਹੜਾ ਹੈਗਾ ਜਿਹੜਾ ਵੇਟ ਕਰ ਰਿਹਾ ਹੈਗਾ ਉਹਨਾਂ ਦੀ ਕਾਲ ਮੈਨੂੰ ਦੇ ਦਿਓ ਕਿਉਂਕਿ ਇਹ ਮਸਲਾ ਕਾਫੀ ਗੰਭੀਰ ਹੈ ਤੇ ਇਹਦੇ ਬਾਰੇ ਵੱਖਰੇ ਵੱਖਰੇ ਜਿਹੜੇ ਵਿਚਾਰ ਹੈਗੇ ਆ ਉਹ ਆ ਰਹੇ ਹੈਗੇ ਆ ਬਹੁਤ ਸਾਰੇ। ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲਦੇ ਵੈਲਕਮ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋ? ਹਾਂਜੀ ਮੈਂ ਹਾਂਜੀ ਕੀ ਕਹਿਣਾ ਚਾਹੋਗੇ ਇਸ ਮਸਲੇ ਤੇ? ਇਸ ਮੁੱਦੇ ਤੇ ਤੁਸੀਂ ਵੈਸੇ ਜਦੋਂ ਰੀਡ ਕਰਦੇ ਸੀ ਤੁਸੀਂ ਆਲਮੋਸਟ ਸਾਰਾ ਕੁਝ ਕਵਰ ਤੇ ਕਰ ਲਿਆ। ਠੀਕ ਹੈ ਜੀ ਤੇ ਸਾਡੀ ਸੋਚ ਇਹ ਆ ਕਿ ਇਟਸ ਵੈਰੀ ਹਾਰਡ ਇਟਸ ਵੈਰੀ ਮਤਲਬ ਕਾਫੀ ਸੀਰੀਅਸ ਆ ਮੁੱਦਾ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਦਾ ਆਪਣਾ ਪੜਾਅ ਹੁੰਦਾ ਕਿ ਅਸੀਂ ਕਿਸੇ ਲਈ ਡਿਸਾਈਡ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਹਾਲਾਤ ਇੰਡੀਵਿਜੂਅਲ ਹੁੰਦੇ ਆ। ਐਬਸੋਲੂਟਲੀ ਜਦੋਂ ਸਾਡੇ ਹਾਲਾਤ ਇੰਡੀਵਿਜੂਅਲ ਹੁੰਦੇ ਤਾਂ ਸਾਡੀਆਂ ਸੋਚਾਂ ਤੇ ਸਾਡੀਆਂ ਤੇ ਠੀਕ ਆ ਮੈਜੋਰਿਟੀ ਆਫ ਜਿਹੜੇ ਚਿਲਡਰਨ ਆਉਂਦੇ ਆ ਘੁੰਮਣ ਫਿਰਨ ਜਿੱਦਾਂ ਜਿਸ ਤਰ੍ਹਾਂ ਵੀ ਤੇ ਉਹਨਾਂ ਦੇ ਅਗਰ ਜੇ ਕੋਈ ਅੱਛੇ ਬੱਚੇ ਆ ਅੱਛੀ ਉਹਨਾਂ ਨੂੰ ਕੰਪਨੀ ਮਿਲ ਜਾਵੇ ਅੱਛੀ ਸਹੂਲਤ ਅੱਛੇ ਆਪਣੀ ਸੋਚ ਦੇ ਨਾਲ ਆਉਣ ਕਿ ਉਹਨਾਂ ਦਾ ਅਗਰ ਜਿਸ ਤਰ੍ਹਾਂ ਵੇਸ ਬਣਿਆ ਹੋਵੇ ਕਿ ਵੀ ਅਸੀਂ ਇਹ ਚੀਜ਼ ਕਰਨੀ ਆ ਜ਼ਿੰਦਗੀ ਨੂੰ ਉਹ ਕਿਸ ਡੀਪਲੀ ਜਾਣਦੇ ਆ। ਸੋ ਇਹ ਮਤਲਬ ਮੁੜ ਖਿੜ ਕੇ ਉੱਥੇ ਹੀ ਗੱਲ ਆ ਜਾਂਦੀ ਆ ਕਿ ਹਾਊ ਮੱਚ ਵੀ ਨਾਓ ਅਬਾਊਟ ਲਾਈਫ। ਠੀਕ ਆ ਓਕੇ ਭੈਣ ਜੀ ਕਿੰਨਾ ਕੁ ਅਸੀਂ ਜਾਣਦੇ ਆ ਕਿੰਨਾ ਕੁ ਸਾਨੂੰ ਪਤਾ ਹੈ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਕੀ ਪਾਉਣਾ ਤੇ ਕੀ ਦੇਣਾ। ਥੈਂਕ ਯੂ ਭੈਣ ਜੀ
ਥੈਂਕ ਯੂ ਵੈਰੀ ਮੱਚ। ਇਹ ਤਾਂ ਸੀ ਜੀ ਕਿਰਪਾਲ ਭੈਣ ਜੀ ਇੱਥੋਂ ਬਰਮਿੰਗਮ ਤੋਂ। ਅਤੇ ਤੁਸੀਂ ਵੀ ਜਿਹੜਾ ਹੈਗਾ ਸਾਡੇ ਤੋਂ ਜੇ 2 ਮਿੰਟ ਹੈਗੇ ਆ ਅਤੇ ਗੱਲ ਤੁਸੀਂ ਕਰ ਸਕਦੇ ਹੈਗੇ ਆ। ਫਿਰ ਅਗਲੇ ਹਫ਼ਤੇ ਜਿਹੜਾ ਹੈਗਾ ਮੈਂ ਤੁਹਾਡੇ ਲਈ ਇੱਕ ਹੋਰ ਵਧੀਆ ਪ੍ਰੋਗਰਾਮ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ ਅਤੇ ਆਪਾਂ ਉੱਤੇ ਫਿਰ ਡਿਸਕਸ਼ਨ ਕਰਾਂਗੇ। ਅਜੇ ਵੀ ਆਪਣੇ 2 ਮਿੰਟ ਹੈ, ਯਾਨੀ ਕਿ ਜੇ ਕੋਈ ਕਾਲ ਹੈਗੀ ਤਾਂ ਮੈਂ ਉਹ ਲੈ ਸਕਦਾ ਹੈਗਾ। ਅਤੇ ਇਹ ਪ੍ਰੋਗਰਾਮ ਯਾਨੀ ਕਿ ਤੁਹਾਨੂੰ ਕਿਹੋ ਜਿਹਾ ਲੱਗਾ ਹੈਗਾ ਇਹਦੇ ਬਾਰੇ। ਹੈਲੋ ਜੀ। ਹਾਂਜੀ ਕੀ ਕਹਿਣਾ ਚਾਹੋਗੇ? ਹੈਲੋ ਹਰੀਸ਼ ਜੀ। ਹਾਂਜੀ। ਤੁਹਾਡਾ ਸਬਜੈਕਟ ਬਹੁਤ ਹੀ ਅੱਛਾ ਜਾ ਰਿਹਾ, ਲੇਕਿਨ ਟਾਈਮ ਹੈਵ ਚੇਂਜ। ਅਸੀਂ ਵੀ ਇੱਥੇ ਸਟੂਡੈਂਟ ਆਏ ਸੀਗੇ 60 ਦੇ ਵਿੱਚ। ਅਸੀਂ ਇੰਗਲਿਸ਼ ਫॉर ਫੋਰਨ ਸਟੂਡੈਂਟਸ ਕਈ ਕਲਾਸਾਂ ਪਹਿਲਾਂ ਅਟੈਂਡ ਕੀਤੀਆਂ, ਹੋਰ ਕਈ ਕੋਰਸਿਸ ਕੀਤੇ, ਆਪਣੇ ਆਪ ਨੂੰ ਲੈਵਲ 'ਚ ਲਿਆ ਕੇ ਤਾਂ ਅਸੀਂ ਬੜੀਆਂ ਮਿਹਨਤਾਂ ਕਰਕੇ ਕੀਤਾ। ਅੱਜ ਕੱਲ੍ਹ ਦੇ ਸਟੂਡੈਂਟ ਵੀ ਉਹਨਾਂ ਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਤਾਂ ਕਿ ਅਗਰ ਜੇ ਤੁਸੀਂ ਫੋਰਨ ਕੰਟਰੀ ਤੋਂ ਆਉਂਦੇ ਹੋ ਤਾਂ ਓਬਵੀਅਸਲੀ ਤੁਹਾਡੀ ਜਿਹੜੀ ਐਕਸੈਂਟ ਹੈ ਨਾ ਉਹ ਇੱਥੇ ਇੰਗਲਿਸ਼ ਵਰਗੀ ਨਹੀਂ ਹੋ ਸਕਦੀ। ਤੁਹਾਨੂੰ ਕਾਲਜ ਜਾਣਾ ਚਾਹੀਦਾ, ਤੁਹਾਨੂੰ ਆਪਣੇ ਆਪ ਨੂੰ ਇੰਪਰੂਵ ਕਰਨਾ ਚਾਹੀਦਾ ਅਤੇ ਤਾਂ ਤੁਸੀਂ ਲੈਵਲ 'ਤੇ ਹੋ ਸਕਦੇ ਹੋ। ਥੈਂਕ ਯੂ ਵੈਰੀ ਮਚ। ਥੈਂਕ ਯੂ ਬਹੁਤ ਮਿਹਰਬਾਨੀ। ਮੈਂ ਇੱਥੇ ਹੀ ਜਿਹੜਾ ਹੈਗਾ ਪ੍ਰੋਗਰਾਮ ਹੁਣ ਆਪਣਾ ਬੰਦ ਕਰਦਾ ਕਿਉਂਕਿ ਸਿਰਫ 1 ਮਿੰਟ ਜਿਹੜਾ ਬਾਕੀ ਰਹਿ ਗਿਆ ਹੈਗਾ। ਅਗਲੇ ਹਫ਼ਤੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ ਫਿਰ ਇੱਕ ਕਿਸੇ ਹੋਰ ਮਸਲੇ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ। ਅਤੇ ਮੇਰੀ ਜਿਹੜੀ ਕਿਤਾਬ ਹੈਗੀ ਹੈ ਬਾਤਾਂ ਬਲੈਦ ਦੀਆਂ, ਇਹਦੇ ਵਿੱਚੋਂ ਆਪਾਂ ਇੱਕ ਹੋਰ ਲੇਖ ਪੜ੍ਹਾਂਗੇ ਅਤੇ ਫਿਰ ਤੁਹਾਡੇ ਮੈਂ ਟੈਲੀਫੋਨ ਕਾਲਸ ਰਾਹੀਂ ਜਿਹੜਾ ਆਪਾਂ ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਜਿੰਨੇ ਵੀ ਕਾਲਸ ਜਿਨ੍ਹਾਂ ਲੋਕਾਂ ਨੇ ਵੀ ਕਾਲਸ ਕੀਤੀ ਹੈਗੀ ਮੈਂ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਹੈਗਾ। ਅਤੇ ਮੈਨੂੰ ਆਸ ਹੈ ਕਿ ਤੁਸੀਂ ਅਗਲੇ ਹਫ਼ਤੇ ਵੀ ਜਿਹੜਾ ਹੈਗਾ ਮੈਨੂੰ ਜ਼ਰੂਰ ਟੈਲੀਫੋਨ ਕਾਲਸ ਕਰੋਗੇ ਅਤੇ ਸਾਡੇ ਕੋਲ ਸ਼ਾਇਦ ਅਗਲੇ ਹਫ਼ਤੇ ਸਿਸਟਮ ਵੀ ਆ ਜਾਵੇ ਜਿਹਦੇ 'ਤੇ ਮੈਨੂੰ ਇਹ ਪਤਾ ਲੱਗ ਸਕੂਗਾ ਕਿ ਕਿੰਨੇ ਯਾਨੀ ਕਿ ਲੋਕ ਜਿਹੜੇ ਹੈਗੇ ਆ ਹੋਰ ਵੇਟ ਕਰ ਰਹੇ ਹੈਗੇ ਆ ਤਾਂ ਕਿ ਮੈਂ ਉਸ ਹਿਸਾਬ ਨਾਲ ਹਰ ਇੱਕ ਨੂੰ ਜਿਹੜਾ ਟਾਈਮ ਦੇ ਸਕਾਂ। ਅਤੇ ਨਾਲੇ ਯਾਨੀ ਕਿ ਟੂ ਦੀ ਪੁਆਇੰਟ ਮੇਰਾ ਖਿਆਲ ਅੱਜ ਵੀ ਬਹੁਤ ਸਾਰੇ ਯਾਨੀ ਕਿ ਸਾਰੇ ਕਾਲਰਸ ਨੇ ਤਕਰੀਬਨ ਜਿਹੜਾ ਹੈਗਾ ਟੂ ਦੀ ਪੁਆਇੰਟ ਗੱਲ ਕੀਤੀ ਆ। ਅਤੇ ਜੇ ਅਸੀਂ ਟੂ ਦੀ ਪੁਆਇੰਟ ਗੱਲ ਕਰਾਂਗੇ ਤਾਂ ਸਾਡੇ ਕੋਲ ਬਹੁਤ ਸਾਰੇ ਵਿਚਾਰ ਜਿਹੜੇ ਹੈਗੇ ਲੋਕਾਂ ਦੇ ਆ ਸਕਦੇ ਆ ਅਤੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਪਾਸੇ ਗੱਲ ਨਿੱਤਰਦੀ ਹੈ। ਗੱਲ ਯਾਨੀ ਕਿ ਦੋਨੇ ਪਾਸੇ ਦੀ ਹੈਗੀ ਆ। ਸੋ ਇਹ ਜਿਹੜਾ ਮਕਸਦ ਮੇਰਾ ਹੈਗਾ ਆਪਣੀ ਕਿਤਾਬ ਵਿੱਚੋਂ ਲੇਖ ਪੜ੍ਹਨ ਦਾ ਇਹ ਹੁੰਦਾ, ਇੱਕ ਤਾਂ ਜਿਹੜੀਆਂ ਮੇਰੇ ਮਸਲੇ ਯਾਨੀ ਕਿ ਜਿਹੜੇ ਮੈਂ ਆਪਣੇ ਹਿਸਾਬ ਨਾਲ ਸੋਚੇ ਹੁੰਦੇ ਤੁਹਾਡੇ ਤੱਕ ਪਹੁੰਚ ਸਕਣ ਮੈਂ ਜੋ ਕੁਛ ਲਿਖਿਆ ਹੈਗਾ। ਅਤੇ ਦੂਸਰਾ ਇਹ ਹੁੰਦਾ ਹੈ ਵੀ ਅਸੀਂ ਇਹਨਾਂ ਮਸਲਿਆਂ 'ਤੇ ਜਦੋਂ ਜਿਹੜਾ ਇਹਨਾਂ ਨੂੰ ਰਿੜਕਦੇ ਹੈਗੇ ਆ ਅਤੇ ਫਿਰ ਕਿਸੇ ਨਾ ਕਿਸੇ ਪਾਸੇ ਗੱਲ ਜਿਹੜੀ ਨਿੱਤਰਦੀ ਹੈਗੀ ਆ। ਅਤੇ ਅਗਲੇ ਹਫ਼ਤੇ ਜਿਹੜਾ ਹੈਗਾ ਮੈਂ ਤੁਹਾਡੇ ਨਾਲ ਫਿਰ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ। ਅਤੇ ਜਿਹੜੇ ਤੁਸੀਂ ਇਸ ਪ੍ਰੋਗਰਾਮ ਨੂੰ ਕਿੱਦਾਂ ਲੈਂਦੇ ਹੈਗੇ ਆ, ਕਿੱਦਾਂ ਕਿਹੜਾ ਪੱਖ ਤੁਹਾਨੂੰ ਚੰਗਾ ਲੱਗਾ, ਕਿਹੜੇ ਪੱਖ ਵਿੱਚ ਜਿਹੜੀ ਹੈਗੀ ਆਪਾਂ ਇੰਪਰੂਵਮੈਂਟ ਕਰ ਸਕਦੇ ਹਾਂ ਉਹ ਜ਼ਰੂਰ ਮੈਨੂੰ ਦੱਸਣਾ। ਅਤੇ ਇੱਥੇ ਮੈਨੂੰ ਇਜਾਜ਼ਤ ਦਿਓ। ਮੈਂ ਤੁਹਾਡਾ ਵੀ ਡਾਕਟਰ ਹਰੀਸ਼ ਮਲਹੋਤਰਾ ਜਿਹੜਾ ਹੈਗਾ ਅਗਲੇ ਹਫ਼ਤੇ ਤੁਹਾਡੇ ਨਾਲ ਫਿਰ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ। ਓਕੇ ਜੀ, ਬਾਏ।